ਸ਼੍ਰੀ ਅਕਾਲ। ਮੈਂ ਅਰਸ਼ਦੀਪ ਸੰਧੂ ਨਿਊਜ਼ 18 ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਵੱਡੀ ਖਬਰ ਦਾ ਇਸ ਵੇਲੇ ਦਾ ਰੁਖ ਕਰਦੇ ਹਾਂ। ਨਿਊਜ਼ 18 ਦੀ ਮੈਗਾ ਐਕਸਕਲੂਸਿਵ ਟੌਪ ਇੰਟੈਲੀਜੈਂਸ ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਹੈ। ਸਵਾਲ ਹੈ ਕਿ ਕੀ ਅੰਮ੍ਰਿਤਪਾਲ ਦੇ ਪਿੱਛੇ ISI ਕੰਮ ਕਰ ਰਹੀ ਹੈ। ਅੰਮ੍ਰਿਤਪਾਲ ਨੂੰ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸਾ ਹੈ। ਟੌਪ ਇੰਟੈਲੀਜੈਂਸ ਸੂਤਰਾਂ ਤੋਂ ਇਹ ਵੱਡਾ ਖੁਲਾਸਾ ਹੋਇਆ ਹੈ ਕਿ ISI ਫੰਡਿੰਗ ਕਰ ਰਹੀ ਹੈ। ਅੰਮ੍ਰਿਤਪਾਲ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ। ਟੌਪ ਇੰਟੈਲੀਜੈਂਸ ਸੂਤਰਾਂ ਦੇ ਮੁਤਾਬਕ ਇਹ ਵੱਡੀ ਖਬਰ ਹੈ। ਅੰਮ੍ਰਿਤਪਾਲ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ। ਅੰਮ੍ਰਿਤਪਾਲ ਨੂੰ ਪਾਕਿਸਤਾਨੀ ਏਜੰਸੀ ISI ਫੰਡਿੰਗ ਕਰ ਰਹੀ ਹੈ। ਇਹ ਵੀ ਖੁਲਾਸਾ ਹੋਇਆ ਕਿ ਸੋਸ਼ਲ ਮੀਡੀਆ ਤੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ। ਭਿੰਡਰਾਂ ਵਾਲਿਆਂ ਵਰਗੀ ਤਸਵੀਰ ਜਿਹੜੀ ਹੈ ਉਹ ਸਾਂਝੀ ਕਰਕੇ ਫੰਡਿੰਗ ਮੰਗੀ ਜਾ ਰਹੀ ਹੈ। ਕੈਨੇਡਾ, UK ਤੇ ਕਈ ਹੋਰ ਦੇਸ਼ਾਂ ਦੇ ਵਿੱਚ ਇਹ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਦਿੱਤੇ ਜਾ ਰਹੇ ਨੇ। ਟੌਪ ਇੰਟੈਲੀਜੈਂਸ ਸੂਤਰਾਂ ਦੇ ਹਵਾਲੇ ਨਾਲ ਇਹ ਵੱਡੀ ਖਬਰ ਹੈ। ਕੈਨੇਡਾ, UK ਤੇ ਕਈ ਹੋਰ ਦੇਸ਼ਾਂ ਤੋਂ ISI ਸਿੱਧੇ ਤੌਰ ਤੇ ਫੰਡਿੰਗ ਕਰ ਰਹੀ ਹੈ। ਸੋਸ਼ਲ ਮੀਡੀਆ ਤੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ। 18 ਤੋਂ 25 ਸਾਲ ਦੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਇਹਨਾਂ ਇਸ਼ਤਿਹਾਰਾਂ ਦੇ ਜ਼ਰੀਏ ਹੋ ਰਹੀ ਹੈ। ਵਿਦੇਸ਼ਾਂ 'ਚ ਵੀ ਅਜਿਹੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ। ਇਸ਼ਤਿਹਾਰਾਂ ਦੇ ਜ਼ਰੀਏ ਲੱਖਾਂ ਡਾਲਰ ਇਕੱਠੇ ਕੀਤੇ ਜਾ ਰਹੇ ਨੇ। ਅੰਮ੍ਰਿਤਪਾਲ ਨੂੰ ਭਿੰਡਰਾਂ ਵਾਲੇ ਵਰਗਾ ਪੇਸ਼ ਕੀਤਾ ਜਾ ਰਿਹਾ। ਭਿੰਡਰਾਂ ਵਾਲੇ ਵਰਗੇ ਪੋਸਟ ਦੇ ਵਿੱਚ ਤਸਵੀਰਾਂ ਕਲਿੱਕ ਕੀਤੀਆਂ ਜਾ ਰਹੀਆਂ ਨੇ ਤੇ ਇਹਨਾਂ ਤਸਵੀਰਾਂ ਨੂੰ ਹੀ ਸੋਸ਼ਲ ਮੀਡੀਆ ਤੇ ਇਸ਼ਤਿਹਾਰਾਂ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਟੌਪ ਇੰਟੈਲੀਜੈਂਸ ਸੂਤਰਾਂ ਤੋਂ ਇਹ ਵੱਡਾ ਖੁਲਾਸਾ ਹੋਇਆ ਹੈ ਕਿ ਅੰਮ੍ਰਿਤਪਾਲ ਦੇ ਪਿੱਛੇ ISI ਦਾ ਹੱਥ ਹੈ। ਸਵਾਲ ਬਣਿਆ ਹੋਇਆ ਹੈ। ਇਲਜ਼ਾਮ ਇਸ ਨੂੰ ਲੈ ਕੇ ਜ਼ਰੂਰ ਲਗਾਏ ਜਾ ਰਹੇ ਨੇ, ਲੇਕਿਨ ਹੁਣ ਟੌਪ ਇੰਟੈਲੀਜੈਂਸ ਸੂਤਰਾਂ ਤੋਂ ਵੱਡਾ ਖੁਲਾਸਾ ਹੋਇਆ ਹੈ। ਨਿਊਜ਼ 18 ਤੇ ਐਕਸਕਲੂਸਿਵ ਵੱਡੀ ਖਬਰ। ਟੌਪ ਇੰਟੈਲੀਜੈਂਸ ਸੂਤਰਾਂ ਤੋਂ ਇਹ ਵੱਡਾ ਖੁਲਾਸਾ ਹੈ ਕਿ ਅੰਮ੍ਰਿਤਪਾਲ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ। ਪਾਕਿਸਤਾਨੀ ਏਜੰਸੀ ISI ਅਸਿੱਧੇ ਤੌਰ ਤੇ ਫੰਡਿੰਗ ਕਰ ਰਹੀ ਹੈ। ਕੈਨੇਡਾ, UK ਤੇ ਕਈ ਹੋਰ ਦੇਸ਼ਾਂ ਤੋਂ ISI ਅਸਿੱਧੇ ਤੌਰ ਤੇ ਫੰਡਿੰਗ ਕਰ ਰਿਹਾ ਹੈ। ਸੋਸ਼ਲ ਮੀਡੀਆ ਤੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ। ਅੰਮ੍ਰਿਤਪਾਲ ਦੀਆਂ ਤਸਵੀਰਾਂ ਭਿੰਡਰਾਂ ਵਾਲੇ ਵਰਗੇ ਪੋਸਟ ਦੇ ਵਿੱਚ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਵੱਖ-ਵੱਖ ਦੇਸ਼ਾਂ ਦੇ ਵਿੱਚ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਨਜ਼ਰ ਆ ਰਹੇ ਨੇ ਤੇ 18 ਤੋਂ 25 ਸਾਲ ਤੱਕ ਦੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਇਹਨਾਂ ਇਸ਼ਤਿਹਾਰਾਂ ਦੇ ਜ਼ਰੀਏ ਹੋ ਰਹੀ ਹੈ ਤੇ ਨਾਲ ਹੀ ਇਹਨਾਂ ਇਸ਼ਤਿਹਾਰਾਂ ਦੇ ਜ਼ਰੀਏ ISI ਅਸਿੱਧੇ ਤੌਰ ਤੇ ਫੰਡਿੰਗ ਕਰ ਰਹੀ ਹੈ। ਤਾਂ ਭਿੰਡਰਾਂ ਵਾਲੇ ਵਰਗੇ ਪੋਸਟ 'ਚ ਤਸਵੀਰਾਂ ਕਲਿੱਕ ਕੀਤੀਆਂ ਜਾ ਰਹੀਆਂ ਨੇ ਤੇ ਇਹੀ ਤਸਵੀਰਾਂ ਸੋਸ਼ਲ ਮੀਡੀਆ ਤੇ ਇਸ਼ਤਿਹਾਰਾਂ ਦੇ ਲਈ ਇਸਤੇਮਾਲ ਕੀਤੀਆਂ ਜਾ ਰਹੀਆਂ ਨੇ। ਭਿੰਡਰਾਂ ਵਾਲੇ ਵਰਗਾ ਬਣਾ ਕੇ ਅੰਮ੍ਰਿਤਪਾਲ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਤਾਂ ISI ਦੇ ਵੱਲੋਂ ਸਿੱਧੇ ਤੌਰ ਤੇ ਫੰਡਿੰਗ ਕੀਤੀ ਜਾ ਰਹੀ ਹੈ। ਟੌਪ ਇੰਟੈਲੀਜੈਂਸ ਸੂਤਰਾਂ ਤੋਂ ਇਹ ਵੱਡਾ ਖੁਲਾਸਾ ਹੋਇਆ ਹੈ। शंकर आनंद मेरे सहयोगी जुड़ गए हैं और जानकारी के लिए। शंकर, क्या कुछ पूरी जानकारी, अमृतपाल का ISI के साथ क्या कनेक्शन है? जो इंटेलिजेंस इस पूरे मामले को लेकर जांच कर रही है, गृह मंत्रालय भी इस सब को लेकर रिपोर्ट मांग रहा है, तो इस सब में क्या कुछ और जानकारी? देखिए, जिस तरह से पंजाब के अंदर में जिस तरह से एक अलग सा एक माहौल बनाने का एक प्रयास किया जा रहा है अमृतपाल और उसके साथियों के द्वारा, तो इस मामले पर अब जांच एजेंसियां भी अब काफी सतर्कता से इस मामले की तफ्तीश में जुटी है। जिस तरह से पिछले कुछ दिनों के दौरान में केंद्रीय खुफिया एजेंसी और जांच एजेंसियों को ये पता चला है कि अमृतपाल का जो संबंध है वो विदेश में कई लोगों के साथ में है और जहां से संदिग्ध तौर पर फंड भी जो है वो जनरेट हो रहा है और इसे उपलब्ध कराया जा रहा है और उसी का असर है कि उस फंड के मार्फत से वो अपना पांव पसारने के और पंजाब में और ज्यादा पांव पसारने की कोशिश में जुटे हुए हैं। तो लिहाजा इस मामले की गंभीरता को कहा जा सकता है कि जांच एजेंसियां अब इस मामले को और ज्यादा विस्तार से खंगालने में जुटी है कि सच्चाई क्या है और किस तरह से इस मामले में किन किन लोगों की भूमिका है और किस तरह से इस मामले में फंडिंग हो रही है। तो एक तरह से कहा जा सकता है कि सबसे महत्वपूर्ण जो जांच एजेंसी की अगर बात करें तो NIA की टीम जल्द ही इस मामले की गंभीरता को देखते हुए हो सकता है कि इस केस को रजिस्टर करे और उसके बाद इस मामले पे आगे इन्वेस्टिगेशन का दायरा NIA के द्वारा आगे बढ़ाया जा सकता है। और जिस तरह से अगर देखा जाए कि अमृतपाल का जो एक नाम है पूरे देश में एक चर्चा का केंद्र बना हुआ है। हालांकि अमृतपाल जो है वो मूल रूप से अमृतसर जिले का ही रहने वाला है, लेकिन जिस तरह से अजनाला थाने को कब्जे में लेना और उसके बाद जिस तरह से वहां पर थाने पे हमला बोला गया, तो ये मामला जो है काफी गंभीरता से इससे लिया जा रहा है और कहा जा सकता है कि ये इस मामले पर आगे इसकी फंडिंग और इसके साथ ही कौन कौन से लोग जुड़े हुए हैं, किन लोगों के साथ में ये अक्सर बातचीत होती है, इन तमाम मामलों पर विस्तार से तफ्तीश किया जाएगा। इसके साथ ही इसका जो संगठन है वारिस पंजाब दे, उस संगठन से भी संबंधित जो जानकारियां हैं वो खंगालने का काम जो है जांच एजेंसी के द्वारा किया जा रहा है और कहा जा सकता है इस मामले में जल्द ही NIA के द्वारा केस रजिस्टर्ड किया जा सकता है और उसके बाद आगे इस मामले पर विस्तार से तफ्तीश की जाएगी। और एक तरह से इस संस्था और अमृतपाल से जुड़े हुए लोगों की अगर बात करें
तो सोशल मीडिया पर और सोशल मीडिया के जरिए जिस तरह से अमृतपाल का महिमा मंडन किया जा रहा है और एक तरह से कह सकते हैं कि यहाँ पर कहीं न कहीं जो कई युवाओं का सहारा लिया गया है, जो यूथ जो लड़के हैं, और उसको क्या फंड मुहैया कराया जा रहा है, किस तरह के सुविधाएं दी जा रही हैं, तो एक तरह से कहा जा सकता है वो भी जांच के घेरे में है। तो एक तरह से कहा जा सकता है कि ये मामला भी जो है अब जांच एजेंसी के रडार पर है कि किस तरह से 18 साल से लेकर 25 साल के काफी जो सिख युवक जो बच्चे हैं उसका सहारा लेकर के जिस तरह से अपने एजेंडे को आगे बढ़ाने का काम किया जा रहा है। तो एक तरह से कहा जा सकता है ये मामला अब बेहद महत्वपूर्ण हो चुका है और इस मामले में कनाडा, यूके और इसके साथ ही अन्य कई विदेशों से भी जुड़े हुए कनेक्शन को खंगालने का प्रयास किया जा रहा है। शंकर, इसको लेकर सीएम का भी बयान आया था, पंजाब के सीएम ने भी इसको लेकर बयान दिया था कि बाहर से उसको फंडिंग हो रही है, इस तरीके के बयान सामने आए, इल्जाम भी लग रहे हैं। और इसी बीच दिल्ली के एक वकील ने एनआईए को केंद्रीय गृह मंत्रालय को शिकायत भी की है। तो माना जाए कि एनआईए इस मामले में जांच शुरू कर सकती है। देखिए, ये शिकायत जो है जिस तरह से बकायदा एक वकील के मार्फत से दिया गया है, वो वकील ने इस मामले में वकील का जो नाम है वो विनीत जिंदल है, जिन्होंने गृह मंत्रालय और केंद्रीय जांच एजेंसी एनआईए से इस मामले पर शिकायत किया है कि खालिस्तानी अमृतपाल सिंह और उसकी जो संगठन है वारिस पंजाब देंगे, उसको यूएपीए एक्ट के तहत उसके खिलाफ मामला दर्ज किया जाए और जिससे कि इन संगठन पे जो आरोप और अमृतपाल पे जो आरोप लगाया गया है उस वकील के माध्यम से, उनका कहना है कि भारत के खिलाफ जंग और लोगों को देश के खिलाफ भड़काने का काम किया जा रहा है और इसके साथ ही आतंकी साजिश रचने का आरोप जिस तरह से लगा है, ये आरोप बेहद गंभीर है। लिहाजा इस मामले की गंभीरता को देखते हुए केंद्रीय गृह मंत्रालय को इस मामले की गंभीरता को लेते हुए इस मामले पर तफ्तीश का जिम्मा एनआईए को सौंपना चाहिए और हो सकता है कि इस मामले की गंभीरता को देखते हुए जल्द ही एनआईए द्वारा इस केस को दर्ज भी किया जा सकता है और आगे इन्वेस्टिगेशन किया जा सकता है। जी, शुक्रिया शंकर पूरी जानकारी के लिए। मनजिंदर सिरसा फोन लाइन ते जुड़ चुके ने बीजेपी तो। सिरसा जी, स्वागत है न्यूज़ 18 पंजाब ते। अमृतपाल सिंह ਨੂੰ ਲੈ ਕੇ ਵੱਡਾ ਖੁਲਾਸਾ ਜਿਸ ਦੀ ਅਸੀਂ ਜਾਣਕਾਰੀ ਦੇ ਰਹੇ ਹਾਂ, ਮੇਰੇ ਸਹਿਯੋਗੀ ਸ਼ੰਕਰ ਆਨੰਦ ਜੁੜੇ ਹੋਏ ਸੀ। ਟੌਪ ਇੰਟੈਲੀਜੈਂਸ ਦੇ ਸੂਤਰ ਇਹ ਖੁਲਾਸਾ ਕਰ ਰਹੇ ਨੇ ਕਿ ਅਮਰਿਤਪਾਲ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ, ਆਈਐਸਆਈ ਇਸ ਦੇ ਪਿੱਛੇ ਕੰਮ ਕਰ ਰਹੀ ਹੈ। ਸਿੱਧੇ ਤੌਰ ਤੇ ਭਿੰਡਰਾਂ ਵਾਲਿਆਂ ਵਰਗੇ ਪੋਸਟ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਉਹ ਸਾਂਝੀਆਂ ਕਰਕੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ, ਵਿਦੇਸ਼ਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਅਸਿੱਧੇ ਰੂਪ ਦੇ ਵਿੱਚ ਫੰਡਿੰਗ ਕੀਤੀ ਜਾ ਰਹੀ ਹੈ, ਲੱਖਾਂ ਡਾਲਰ ਬਣਾਏ ਜਾ ਰਹੇ ਨੇ। ਇਸ ਸਭ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਮੇਰੇ ਸਹਿਯੋਗੀ ਇਹ ਵੀ ਜਾਣਕਾਰੀ ਦੇ ਰਹੇ ਸੀ ਕਿ ਆਉਣ ਵਾਲੇ ਦਿਨਾਂ 'ਚ ਐਨਆਈਏ ਵੀ ਕੇਸ ਰਜਿਸਟਰ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਸਕਦੀ ਹੈ। देखो, मैं तो कल जो मैनू जो जानकारी मिली सी, कल जो सरदार भगवंत सिंह मान साहब का मैं देख रहा सी बयान, उन्होंने वालों ये गल कही गई कि ये ਜਿਹੜੇ पड़ोसी आईएसआई पाकिस्तान तो फंडिंग है, जो ये सब कुछ इत्थे हो रहा है, जो सब कुछ उस दिन होया है। हुण मेरा मनना है कि देखो, चलो इंडिविजुअल बंदे का तो कोई बयान की मैं बहुत अहमियत नहीं समझता, लेकिन जिस तरह का कल मुख्यमंत्री साहब का मैं पढ़ रहा सीगा, अगर वो सच्चाई है तो एक बहुत बड़ा सीरीयस इशू है। और इस दे उत्ते ਜਿਹੜੀ ਤੁਸੀਂ ਗੱਲ ਕਹੀ ਕਿ ਜਦੋਂ ਤੱਕ ਕੋਈ ਪੰਜਾਬ ਸਰਕਾਰ ਵੱਲੋਂ ਐਸੀ ਪੁਖਤਾ ਜਾਣਕਾਰੀਆਂ ਇੱਕ ਦੂਜੇ ਨਾਲ ਨਹੀਂ ਸ਼ੇਅਰ ਕੀਤੀਆਂ ਜਾ ਸਕਦੀਆਂ, ਦਿੱਤੀਆਂ ਗਈਆਂ, ਹੁਣ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਇਸ ਤਰ੍ਹਾਂ ਦੇ ਹਾਲਾਤ ਬਣਨਗੇ ਕਿ ਇੰਡੀਵਿਜੂਅਲ ਦੇ ਕਹਿਣ ਤੇ ਕੋਈ ਕਾਰਵਾਈ ਹੋਊਗੀ, ਕਿਉਂਕਿ ਦੇਖੋ ਇੰਡੀਵਿਜੂਅਲ ਤੌਰ ਤੇ ਕੋਈ ਕੁਝ ਵੀ ਕਿਸੇ ਤੇ ਇਲਜ਼ਾਮ ਲਗਾ ਸਕਦਾ, ਲੇਕਿਨ ਜਿਹੜੀ ਸਟੇਟ ਗੱਲ ਕਰਦੀ ਪਈ ਆ ਉਹਨੂੰ ਆਪਾਂ ਲਾਈਟਲੀ ਨਹੀਂ ਲੈ ਸਕਦੇ। ਸੋ ਮੈਂ ਜਿੰਨੀ ਸਮਝ ਪਾਇਆ ਕੱਲ ਭਗਵੰਤ ਮਾਨ ਜੀ ਦਾ ਬਿਆਨ ਜੋ ਮੈਂ ਪੜ੍ਹ ਰਿਹਾ ਸੀਗਾ, ਉਹਦੇ ਮੁਤਾਬਕ ਤੇ ਮੈਨੂੰ ਲੱਗਦਾ ਕਿ ਪੰਜਾਬ ਪੁਲਿਸ ਹੀ ਜ਼ਰੂਰ ਕੋਈ ਨਾ ਕੋਈ ਕਾਰਵਾਈ ਕਰ ਰਹੀ ਹੋਊਗੀ ਜਾਂ ਕਰਕੇ ਭੇਜ ਰਹੀ ਹੋਊਗੀ, ਜੋ ਮੈਨੂੰ ਲੱਗਾ ਉਹਨਾਂ ਨੇ ਕਿਹਾ। ਸੋ ਬਾਕੀ ਜਿੱਥੋਂ ਤੱਕ ਐਨਆਈਏ ਦੀ ਗੱਲ ਹੈ, ਐਨਆਈਏ ਡੈਫੀਨੇਟਲੀ ਕਾਰਵਾਈ ਕਰਦੀ ਹੈ, ਪਰ ਉਹਦੇ ਪਿੱਛੇ ਜਦੋਂ ਤੱਕ ਸਟੇਟ ਕੋਈ ਜਾਣਕਾਰੀ ਦਿੰਦੀ ਨਹੀਂ ਪੁਖਤਾ, ਉਸ ਤੋਂ ਬਿਨਾਂ ਐਨਆਈਏ ਕਿਵੇਂ ਕੋਈ ਕਾਰਵਾਈ ਕਰ ਸਕਦੀ। ਜੀ ਮਨਜਿੰਦਰ ਸਿਰਸਾ ਜੀ, ਜੋ ਮਾਹੌਲ ਦਾ ਜ਼ਿਕਰ ਵਾਰ-ਵਾਰ ਹੋ ਰਿਹਾ ਹੈ, ਇੱਕ ਵਕੀਲ ਦੇ ਵੱਲੋਂ ਵੀ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਵਾਰ-ਵਾਰ ਅਜਨਾਲਾ ਦੇ ਵਿੱਚ ਜੋ ਕੁਝ ਵਾਪਰਿਆ ਉਸੇ ਦਾ ਜ਼ਿਕਰ ਹੋ ਰਿਹਾ ਹੈ ਕਿ ਇਸ ਨੂੰ ਇੱਕ ਅਸੀਂ ਕਹੀਏ ਕਿ ਅਲੱਗ ਤਰੀਕੇ ਦਾ ਐਕਸ਼ਨ ਜਿਹੜਾ ਉਸ ਵੇਲੇ ਹੋ ਗਿਆ, ਉਸ ਤਰੀਕੇ ਦੇ ਨਾਲ ਦੇਖਿਆ ਜਾਏਗਾ। ਜੋ ਵਾਰ-ਵਾਰ ਅਮਰਿਤਪਾਲ ਸਿੰਘ ਕਹਿ ਰਹੇ ਨੇ ਕਿ ਅਸੀਂ ਤਾਂ ਬੜੇ ਹੀ ਸ਼ਾਂਤੀ ਦੇ ਨਾਲ ਧਰਮ ਪ੍ਰਚਾਰ ਦੇ ਵਿੱਚ ਲੱਗੇ ਹੋਏ ਹਾਂ, ਲੇਕਿਨ ਸਾਡੇ ਤੇ ਗਲਤ ਤਰੀਕੇ ਨਾਲ ਮਾਮਲਾ ਦਰਜ ਕੀਤਾ ਗਿਆ ਤੇ ਜੋ ਸਥਿਤੀ ਅਜਨਾਲਾ ਦੇ ਵਿੱਚ ਬਣੀ ਹੈ, ਉਸ ਸਭ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਉਸ ਸਭ ਨੂੰ ਕੇਂਦਰ ਸਰਕਾਰ ਕਿਵੇਂ ਦੇਖਦੀ ਹੈ? ਉਹ ਬਿਲਕੁਲ ਗਲਤ ਹੈ ਇਹ ਗੱਲ ਕਹਿਣਾ ਕਿ ਅਸੀਂ ਸ਼ਾਂਤੀ ਜ਼ਾਹਰ ਕਰ ਰਹੇ ਸੀ, ਕੁਝ ਨਹੀਂ। ਪਰਪਸਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੀ ਸਰੂਪ ਨੂੰ ਪਾਲਕੀ 'ਚ ਸਜਾ ਕੇ, ਜਿਵੇਂ ਪੰਜਾਬ ਪੁਲਿਸ ਦੇ ਮੈਂ ਇੱਕ ਐਸਐਸਪੀ ਦਾ ਸਟੇਟਮੈਂਟ ਸੁਣ ਰਿਹਾ ਸੀ, ਉਹਨਾਂ ਦੱਸਿਆ ਕਿ ਇਹਨਾਂ ਨੇ ਅੱਗੇ ਉਹਨੂੰ ਕੀਤਾ ਹੋਇਆ ਸੀ, ਆਪ ਪਿੱਛੇ ਸੀ ਉਹਦੇ, ਔਰ ਜਦੋਂ ਉੱਥੇ ਕਿਰਪਾਨਾਂ ਔਰ ਇਹ ਸਭ ਕੁਝ ਚੱਲ ਰਹੇ ਸੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਦਾ ਪਤਾ ਹੀ ਨਹੀਂ ਸੀ ਕਿਸੇ ਨੂੰ ਕਿੱਥੇ ਹੁਣ ਘੁੰਮ ਰਿਹਾ ਹੈ।
ਔਰ ਉਸ ਤੋਂ ਬਾਅਦ ਜਾ ਕੇ ਅੰਦਰ ਥਾਣੇ 'ਚ ਜਾ ਕੇ ਬੈਠੇ ਨੇ, ਗੁਰੂ ਸਾਹਿਬ ਦਾ ਸਰੂਪ ਬਾਹਰ ਘੁੰਮ ਰਿਹਾ। ਮਤਲਬ ਇਹ ਤੇ ਇਹਨਾਂ ਨੇ ਪਲਾਨ ਇਸ ਤਰੀਕੇ ਕੀਤਾ ਸੀ ਵੀ ਸਾਡੇ ਤੇ ਕੋਈ ਹਮਲਾ ਨਾ ਕਰੇ, ਤੇ ਜਾਣ ਬੁੱਝ ਕੇ ਕੀਤਾ ਸੀ, ਕੋਈ ਸ਼ਾਂਤੀਪ੍ਰਿय ਨਹੀਂ ਸੀ। ਇੱਕ ਦਿਨ ਪਹਿਲਾਂ ਅਲਟੀਮੇਟਮ ਦਿੱਤਾ ਸੀਗਾ ਕਿ ਫਿਰ ਜੋ ਹੋਊਗਾ ਉਹਦੀ ਜ਼ਿੰਮੇਵਾਰੀ ਤੁਹਾਡੀ ਹੋਊਗੀ। ਸ਼ਾਂਤੀ ਵਾਲੇ ਪ੍ਰੋਟੈਸਟ ਦੇ ਉੱਤੇ ਜਾਂ ਸ਼ਾਂਤੀਮਈ ਮਾਹੌਲ ਵਾਲੇ ਪ੍ਰੋਟੈਸਟ ਉੱਤੇ ਕਦੀ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਨੇ ਕਿ ਕੱਲ ਫਿਰ ਜੋ ਹੋਊਗਾ ਉਹਦੀ ਜ਼ਿੰਮੇਵਾਰ ਤੁਸੀਂ ਹੋਗੇ। ਮਤਲਬ ਸ਼ਾਂਤੀ ਦਾ ਵੀ ਕਦੀ ਕੋਈ ਜ਼ਿੰਮੇਵਾਰ ਹੁੰਦਾ ਹੈ। ਸੋ ਇਹ ਗੱਲ ਗਲਤ ਆ ਕਿ ਇਸ ਤਰ੍ਹਾਂ ਦਾ ਕੁਝ ਬਿਲਕੁਲ ਦੇਵਰ ਆਲ ਪਲਾਨ ਕਰਕੇ ਗਏ ਸੀ। ਲੇਕਿਨ ਪੰਜਾਬ ਪੁਲਿਸ ਚੁੱਪ ਕਿਉਂ ਆ, ਇਹ ਬੜੀ ਹੈਰਾਨਗੀ ਆ। ਭਗਵੰਤ ਮਾਨ ਜੀ ਚੁੱਪ ਕਿਉਂ ਆ, ਇਹ ਬੜੀ ਹੈਰਾਨਗੀ ਆ। ਦਿੱਲੀ 'ਚ ਆ ਕੇ ਕੱਲ ਉਹ ਬਿਆਨ ਦੇ ਰਹੇ ਸੀ, ਬੰਬੇ 'ਚ ਜਾ ਕੇ ਉਹਨੂੰ ਸਵਾਲ ਪੁੱਛੇ ਗਏ, ਲੇਕਿਨ ਉਹਨਾਂ ਨੇ ਜਿਹੜੀਆਂ ਮੈਂ ਅਖਬਾਰ 'ਚ ਪੜ੍ਹਿਆ ਸੀਗਾ ਕਿ ਬਸ ਉੱਥੇ ਕਿਤੇ ਗੋਲਮੋਲ ਤਰੀਕੇ ਨਾਲ ਆਪਣਾ ਦੇਤਾ ਜੀ ਵੀ ਪਿੱਛੇ ISI ਆ, ਜੋ ਕੁਝ ਪੰਜਾਬ 'ਚ ਹੋ ਰਿਹਾ ਉਹ ਪਿੱਛੇ ਸਾਡਾ ਪਾਕਿਸਤਾਨ ਮੁਲਕ ਕਰਾਉਣ ਦੀ ਕੋਸ਼ਿਸ਼ ਕਰ ਰਿਹਾ। ਇਹ ਸਾਰੀਆਂ ਗੱਲਾਂ ਠੀਕ ਨੇ, ਲੇਕਿਨ ਇਸ ਤੇ ਕਾਰਵਾਈ ਕੌਣ ਕਰੇਗਾ, ਇਹ ਕੋਈ ਜਵਾਬ ਨਹੀਂ ਸਰਕਾਰ ਵੱਲੋਂ ਆ ਰਿਹਾ। ਮਨਜਿੰਦਰ ਸਰਸਾ ਜੀ, ਪਿਛਲੇ ਦਿਨਾਂ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਦਾ ਵੀ ਇਸ ਸਭ ਨੂੰ ਲੈ ਕੇ ਬਿਆਨ ਆਇਆ ਸੀ, ਜੋ ਮੋਹਾਲੀ ਦੇ ਵਿੱਚ ਵਾਪਰੀਆਂ ਚੀਜ਼ਾਂ, ਤੇ ਗ੍ਰਹਿ ਮੰਤਰੀ ਦਾ ਕਹਿਣਾ ਸੀ ਕਿ ਪੰਜਾਬ ਦੇ ਵਿੱਚ ਅਸੀਂ ਨਜ਼ਰ ਬਣਾਈ ਹੋਈ ਹੈ, ਸਾਰੀ ਸਥਿਤੀ ਦੇ ਉੱਤੇ ਅਸੀਂ ਨਜ਼ਰ ਰੱਖ ਰਹੇ ਹਾਂ। ਇਹ ਵੀ ਜਾਣਕਾਰੀ ਸੀ ਕਿ ਪੰਜਾਬ ਤੋਂ ਰਿਪੋਰਟ ਵੀ ਮੰਗੀ ਗਈ ਹੈ ਇਹਨਾਂ ਸਾਰੇ ਹਾਲਾਤਾਂ ਨੂੰ ਲੈ ਕੇ, ਜਾਂ ਅਜਨਾਲਾ ਦੇ ਵਿੱਚ ਜੋ ਕੁਝ ਹੋਇਆ ਉਸ ਤੇ ਵੀ ਨਜ਼ਰ ਬਣੀ ਹੋਈ ਹੈ। ਤਾਂ ਅਜਿਹੇ ਦੇ ਵਿੱਚ ਕੀ ਕੇਂਦਰ ਕੋਈ ਕਾਰਵਾਈ ਆਪਣੇ ਤੌਰ ਤੇ ਕਰ ਸਕਦਾ ਹੈ? ਨਹੀਂ, ਦੇਖੋ ਕੇਂਦਰ ਅਜੇ ਤੇ ਮੋਨੀਟਰਿੰਗ ਹੀ ਕਰ ਸਕਦਾ ਹੈ। ਦੇਖੋ ਕਾਰਵਾਈ ਤੇ ਬੜੀ ਦੇਖੋ ਕਾਰਵਾਈ ਜਿਹੜੀ ਹੁੰਦੀ ਹੈ ਨਾ ਕੇਂਦਰ ਵੱਲੋਂ, ਉਹ ਲਾਸਟ ਸਟੇਜ ਹੁੰਦੀ ਹੈ ਜਦੋਂ ਤੁਹਾਨੂੰ ਲੱਗਦਾ ਕਿ ਹੁਣ ਕੁਝ ਨਹੀਂ ਹੈਗਾ, ਸਵਾਈ ਇੰਟਰਫੇਰੈਂਸ ਦੇ ਹੁਣ ਕੋਈ ਕੁਝ ਨਹੀਂ ਰੋਕਿਆ ਜਾ ਸਕਦਾ, ਇੰਟਰਵੀਨ ਕਰਨਾ ਪਊਗਾ। ਸਮਝ ਗਏ ਨਾ, ਜਿਵੇਂ ਇੱਕ ਲਾਸਟ ਸਟੇਜ ਆ ਜਾਂਦੀ ਆ। ਮੈਨੂੰ ਨਹੀਂ ਲੱਗਦਾ ਕਿ ਅਜੇ ਰਿਪੋਰਟ ਤੱਕ ਤੇ ਠੀਕ ਆ, ਲੇਕਿਨ ਕੇਂਦਰ ਸਰਕਾਰ ਵੱਲੋਂ ਕੋਈ ਐਸੀ ਕਾਰਵਾਈ ਦੀ ਕਦੀ ਵੀ ਸਥਿਤੀ ਖੜੀ ਆ ਮੇਰੀ ਜਾਣਕਾਰੀ 'ਚ ਐਸੀ ਕੋਈ ਗੱਲ ਨਹੀਂ, ਨਾ ਹੀ ਕੋਈ ਲੱਗ ਰਿਹਾ ਹੈ, ਕਿਉਂਕਿ ਸਰਕਾਰ ਚੁਣੀ ਹੋਈ ਸਰਕਾਰ ਆ, ਸਰਕਾਰ ਕੰਮ ਕਰ ਰਹੀ ਆ। ਸਰਕਾਰ ਦੇ 92 MLA ਉੱਥੇ ਚੁਣ ਕੇ ਆਏ ਨੇ, ਹੁਣ ਉਹਨਾਂ ਦੀ ਜ਼ਿੰਮੇਵਾਰੀ ਆ, ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਆ। ਹਾਂ, ਕੇਂਦਰ ਦੀ ਇੰਟਰਵੈਂਸ਼ਨ ਹੁੰਦੀ ਆ, ਪਰ ਇੰਟਰਵੈਂਸ਼ਨ ਉਸ ਸਟੇਜ ਤੇ ਹੁੰਦੀ ਆ ਜਦੋਂ ਪਾਣੀ ਲੱਗੇ ਕਿ ਹੁਣ ਸਿਰੋਂ ਲੰਘ ਗਿਆ, ਹੁਣ ਕੁਝ ਨਹੀਂ ਬਚਿਆ, ਕੋਈ ਕੁਝ ਨਹੀਂ ਕਰ ਪਾ ਰਿਹਾ, ਹੁਣ ਕੇਂਦਰ ਨੂੰ ਆਉਣਾ ਪਊਗਾ। ਜਿਸ ਤਰ੍ਹਾਂ ਤੁਸੀਂ ਦੇਖਿਆ ਜੰਮੂ ਕਸ਼ਮੀਰ ਦੇ ਅੰਦਰ ਵੀ ਕੇਂਦਰ ਨੂੰ ਕਰਨਾ ਪਿਆ। ਲੇਕਿਨ ਅੱਜ ਦੀ ਸਥਿਤੀ 'ਚ ਜੇ ਕੋਈ ਮੈਨੂੰ ਪੁੱਛੇ, ਮੇਰੇ ਨਜ਼ਰ ਅੰਦਰ ਅੱਜ ਦੀ ਸਥਿਤੀ ਪੰਜਾਬ 'ਚ ਨਹੀਂ ਹੈਗੀ। ਪੰਜਾਬ ਦੇ ਅੰਦਰ ਜਿਹੜੇ ਹਾਲਾਤ ਨੇ ਉਹ ਸਰਕਾਰ ਵੱਲੋਂ ਜਿਹੜਾ ਨੂੰ ਕਹਿ ਲਓ ਕਿ ਅੱਖਾਂ ਮੀਟਣ ਕਰਕੇ ਵਿਗੜ ਰਹੇ ਨੇ। ਪੰਜਾਬ ਦੇ ਹਾਲਾਤ ਨਹੀਂ ਵਿਗੜੇ ਹੋਏ। ਪੰਜਾਬ ਪੁਲਿਸ ਨੂੰ ਕਾਰਵਾਈ ਨਹੀਂ ਕਰਨ ਦਿੱਤੀ ਜਾ ਰਹੀ, ਸਰਕਾਰ ਅਣਗੌਲੀ ਹੋ ਰਹੀ ਹੈ, ਸਰਕਾਰ ਪ੍ਰਚਾਰ 'ਚ ਲੱਗੀ ਹੈ, ਸਰਕਾਰ ਆਪਣੀ ਇਮੇਜ ਚੰਗੀ ਬਣਾਉਣ ਵਾਸਤੇ ਪੰਜਾਬ ਦੇ ਸਾਰੇ ਲਾਅ ਐਂਡ ਆਰਡਰ ਦੇ ਉੱਤੇ ਚੁੱਪੀ ਸਾਧੀ ਹੋਈ ਆ। ਇਹ ਇੱਕ ਕਾਰਨ ਜ਼ਰੂਰ ਹੈਗਾ, ਲੇਕਿਨ ਇਸ ਕਾਰਨ ਦੇ ਚੱਲਦੇ ਕੋਈ ਕੇਂਦਰ ਦੀ ਇੰਟਰਵੈਂਸ਼ਨ ਹੋਊਗੀ ਐਸੀ ਸੰਭਾਵਨਾ ਘੱਟ ਹੈ। ਜੀ ਸ਼ੁਕਰੀਆ ਮਨਜਿੰਦਰ ਸਰਸਾ ਜੀ ਜੁੜਨ ਦੇ ਲਈ। ਬੀਜੇਪੀ ਆਗੂ ਮਨਜਿੰਦਰ ਸਰਸਾ ਕਹਿ ਰਹੇ ਨੇ ਕਿ ਸਰਕਾਰ ਨੇ ਅੱਖਾਂ ਮੀਟੀਆਂ ਹੋਈਆਂ ਨੇ, ਜੋ ਸਥਿਤੀ ਸਾਹਮਣੇ ਬਣ ਰਹੀ ਹੈ, ਪੰਜਾਬ ਪੁਲਿਸ ਨੂੰ ਜਿਸ ਤਰੀਕੇ ਦਾ ਐਕਸ਼ਨ ਲੈਣਾ ਚਾਹੀਦਾ ਸੀ ਉਹਨਾਂ ਨੂੰ ਲੈਣ ਨਹੀਂ ਦਿੱਤਾ ਗਿਆ, ਇਸ ਕਰਕੇ ਇਹ ਸਥਿਤੀ ਬਣ ਰਹੀ ਹੈ। ਲੇਕਿਨ ਪੰਜਾਬ ਪੁਲਿਸ ਐਕਸ਼ਨ ਕਰੇ, ਪੰਜਾਬ ਸਰਕਾਰ ਇਸ ਸਭ ਤੇ ਐਕਸ਼ਨ ਲਵੇ। ਕੇਂਦਰ ਆਖਰ ਦੇ ਵਿੱਚ ਜਦੋਂ ਜੇ ਸਥਿਤੀ ਕੰਟਰੋਲ ਦੇ ਵਿੱਚ ਨਾ ਰਹੀ ਤਾਂ ਫਿਰ ਕੇਂਦਰ ਕਿਸੇ ਤਰੀਕੇ ਦਾ ਐਕਸ਼ਨ ਲੈ ਸਕਦਾ ਹੈ। ਲੇਕਿਨ ਇਸ ਵਿਚਾਲੇ ਇਹ ਵੱਡੀ ਖਬਰ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਟਾਪ ਇੰਟੈਲੀਜੈਂਸ ਦੇ ਸੂਤਰਾਂ ਤੋਂ ਇਹ ਵੱਡਾ ਖੁਲਾਸਾ ਹੈ ਕਿ ਅੰਮ੍ਰਿਤਪਾਲ ਨੂੰ ਪਾਕਿਸਤਾਨੀ ਏਜੰਸੀ ISI ਫੰਡਿੰਗ ਕਰ ਰਹੀ ਹੈ, ਸਿੱਧੇ ਤੌਰ ਤੇ ਫੰਡਿੰਗ ਹੋ ਰਹੀ ਹੈ। ਅੰਮ੍ਰਿਤਪਾਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ, ਇਸ਼ਤਿਹਾਰ ਸਾਂਝੇ ਕੀਤੇ ਜਾ ਰਹੇ ਨੇ, ਫੰਡਿੰਗ ਲੱਖਾਂ ਡਾਲਰ ਦੀ ਇਕੱਠੇ ਕੀਤੇ ਜਾ ਰਹੀ ਹੈ। ਅੰਮ੍ਰਿਤਪਾਲ ਨੂੰ ਭਿੰਡਰਾਂ ਵਾਲੇ ਵਰਗਾ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਜੋ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ, ਜੋ ਤਸਵੀਰਾਂ ਇਸ਼ਤਿਹਾਰਾਂ ਦੇ ਵਿੱਚ ਇਹਨਾਂ ਇਸ਼ਤਿਹਾਰਾਂ 'ਚ ਲਗਾਈਆਂ ਜਾ ਰਹੀਆਂ ਨੇ, ਤੇ ਦੂਸਰੇ ਦੇਸ਼ਾਂ 'ਚ ਕੈਨੇਡਾ, UK ਤੇ ਕਈ ਹੋਰ ਦੇਸ਼ਾਂ 'ਚ ISI ਅਸਿੱਧੇ ਰੂਪ 'ਚ ਫੰਡ ਇਕੱਠਾ ਕਰ ਰਹੀ ਹੈ ਤੇ 18 ਤੋਂ 25 ਸਾਲ ਦੇ ਜਿਹੜੇ ਯੰਗ ਨੌਜਵਾਨ ਨੇ ਉਹਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਇਹ ਇਸ਼ਤਿਹਾਰ ਦਿੱਤੇ ਜਾ ਰਹੇ ਨੇ ਤੇ ਅਸਿੱਧੇ ਤੌਰ ਤੇ ਫੰਡਿੰਗ ਇਕੱਠੀ ਕੀਤੀ ਜਾ ਰਹੀ ਹੈ। ਤਾਂ ਮਨੋਜ ਰਾਠੀ ਮੇਰੇ ਸਹਿਯੋਗੀ ਇਸ ਵੇਲੇ ਲਾਈਵ ਜੁੜ ਚੁੱਕੇ ਨੇ। ਮਨੋਜ, ਇਸ ਸਭ ਨੂੰ ਕਿਵੇਂ ਦੇਖਿਆ ਜਾਵੇ, ਜੋ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਆ ਰਹੀਆਂ ਨੇ, ਇੰਟੈਲੀਜੈਂਸ ਸੂਤਰਾਂ ਦੇ ਹਵਾਲੇ ਤੋਂ, ਜੋ ਸ਼ੰਕਰ ਵੀ ਜ਼ਿਕਰ ਕਰ ਰਹੇ ਸੀ ਕਿ ਜਿਸ ਤਰੀਕੇ ਦੀ ਜਾਣਕਾਰੀ ਮਿਲ ਰਹੀ ਹੈ ਉਸ ਤੋਂ ਬਾਅਦ NIA ਵੀ ਮਾਮਲਾ ਦਰਜ ਕਰਕੇ ਜਾਂਚ ਅਗਲੇ ਦਿਨਾਂ 'ਚ ਇਸ ਪੂਰੇ ਮਾਮਲੇ ਨੂੰ ਲੈ ਕੇ ਸ਼ੁਰੂ ਕਰ ਸਕਦੀ ਹੈ। ਖਾਸ ਕਰਕੇ ਜੋ ਅਜਨਾਲਾ ਦੇ ਵਿੱਚ ਚੀਜ਼ਾਂ ਵਾਪਰੀਆਂ ਉਹਨਾਂ ਦਾ ਜ਼ਿਕਰ ਲਗਾਤਾਰ ਹੋ ਰਿਹਾ ਹੈ। ਪੰਜਾਬ ਪੁਲਿਸ ਇਸ ਨੂੰ ਲੈ ਕੇ ਕੀ ਕੁਝ ਕਰ ਰਹੀ ਹੈ? ਬਿਲਕੁਲ ਅਰਸ਼ਦੀਪ, ਇਹਦੇ ਵਿੱਚ ਜਿਹੜਾ ਵੀ ਅਜਨਾਲਾ 'ਚ ਹੋਇਆ, ਜਿਹੜਾ ਪੁਲਿਸ ਸਟੇਸ਼ਨ ਕੈਪਚਰ ਕੀਤਾ ਗਿਆ ਔਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਇਹਦੇ ਵਿੱਚ ਆਈਆਂ। ਹਾਲਾਂਕਿ ਜਿਹੜੇ DGP ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਕਿ ਜਿੰਨੀ ਵੀ ਵੀਡੀਓਜ਼ ਨੇ ਜਾਂ ਫਿਰ ਹੋਰ ਜਿਹੜੀ ਵੀਡੀਓਜ਼ ਹੈ, ਕਰੀਬ 100 ਤੋਂ ਵੀ ਵੱਧ ਵੀਡੀਓ ਜਿਹੜੀ ਹੈ ਉਹ ਪੁਲਿਸ ਨੇ ਰਿਕਵਰ ਕੀਤੀ ਹੈ, ਜਿਹਦੇ ਇਸ ਬਿਹਾਫ ਤੇ ਕਾਰਵਾਈ ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਜਾ ਰਹੀ ਹੈ। ਸਾਈਬਰ ਸੈੱਲ ਇਹਦੇ ਵਿੱਚ ਕੰਮ ਕਰ ਰਿਹਾ ਹੈ। ਹਾਲਾਂਕਿ ਅਕੋਰਡਿੰਗ ਟੂ ਜਿਹੜੇ ਸੋਰਸਿਸ, ਟੌਪ ਸੋਰਸਿਸ ਇਹ ਜਾਣਕਾਰੀ ਦੇ ਰਹੇ ਕਿ ਇੱਕ ਬਹੁਤ ਵੱਡੀ ਜਾਂਚ ਦਾ ਵਿਸ਼ੇ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਫੰਡਿੰਗ ਜਾਂ ਫਿਰ ਇਸ ਤਰ੍ਹਾਂ ਦੀ 18 ਤੋਂ 25 ਸਾਲ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇਸ਼ਤਿਹਾਰਾਂ ਦੇ ਜ਼ਰੀਏ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ, ਇਹ ਸਾਰੀ ਇੰਟੈਲੀਜੈਂਸ ਜਿਹੜੀ ਹੈ ਇਹਦੇ ਵਿੱਚ ਲੱਗੀ
ਹੋਈ ਹੈ, ਇੰਟੈਲੀਜੈਂਸ ਕੰਮ ਕਰ ਰਹੀ ਹੈ ਤੇ ਨਾਲ ਦੇ ਨਾਲ ਪੰਜਾਬ ਪੁਲਿਸ ਇਹਦੇ ਵਿੱਚ ਕੰਮ ਕਰ ਰਹੀ ਹੈ। ਕਿਉਂਕਿ ਜਿਸ ਦਿਨ ਅਜਨਾਲਾ 'ਚ ਇਹ ਕਾਂਡ ਹੋਇਆ, ਪਾਰਟੀਕੂਲਰ ਜਿਹੜੇ ਅਜਨਾਲਾ ਕਾਂਡ ਦੀ ਅਸੀਂ ਗੱਲ ਕਰ ਲਈਏ, ਉੱਥੇ ਜਿਹੜਾ ਮੌਬ ਇਕੱਠਾ ਹੋਇਆ, ਉੱਥੇ ਜਿਹੜਾ ਪੁਲਿਸ ਅਫਸਰਾਂ ਤੇ ਹਮਲਾ ਹੋਇਆ, ਉਹਨਾਂ ਨੂੰ ਇੰਜਰੀਜ਼ ਹੋਈ ਔਰ ਉਸ ਤੋਂ ਬਾਅਦ ਪੁਲਿਸ ਸਟੇਸ਼ਨ ਨੂੰ ਕੈਪਚਰ ਕੀਤਾ ਗਿਆ। ਇਹ ਬਹੁਤ ਸਾਰੀ ਚੀਜ਼ਾਂ ਨੂੰ ਲੈ ਕੇ ਲਗਾਤਾਰ ਹੁਣ ਪੁਲਿਸ ਦੀ ਜਿਹੜੀ ਸੀਨੀਅਰ ਆਫੀਸਰਸ ਨੇ, ਹਾਲਾਂਕਿ ਸੀਨੀਅਰ ਅਫਸਰ ਦੀ ਡਿਊਟੀਆਂ ਲਾਈ ਗਈ ਹੈ ਕਿ ਅਜਨਾਲਾ ਕੇਸ 'ਚ ਕਿਹੜੇ ਲੋਕ ਸੀਗੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਵੇ, ਜਿਹੜੇ ਸ਼ਰਾਰਤੀ ਅਨਸਰ ਨੇ ਜਿਨ੍ਹਾਂ ਦੇ ਕੋਲੋਂ ਤਲਵਾਰਾਂ ਡੰਡੇ ਜਿਨ੍ਹਾਂ ਨੇ ਪੁਲਿਸ ਅਫਸਰਾਂ ਤੇ ਵਾਰ ਕੀਤਾ, ਪੁਲਿਸ ਅਫਸਰਾਂ ਨੂੰ ਇੰਜਰੀ ਦਿੱਤੀ ਹੈ। ਉਸ ਤੋਂ ਬਾਅਦ ਅੰਦਰ ਪੁਲਿਸ ਸਟੇਸ਼ਨ ਦੇ ਅੰਦਰ ਜਾ ਕੇ ਉਹਨਾਂ ਨੇ ਜਿਸ ਤਰ੍ਹਾਂ ਦਾ ਹੰਗਾਮਾ ਕੀਤਾ, ਹੁੜਦੰਗਬਾਜ਼ੀ ਕੀਤੀ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੈਗਾ ਜਿਹੜਾ ਉਹ ਕਾਰਵਾਈ ਕਰਨ ਦੀ ਜਿਹੜੀ ਗੱਲ ਹੈ ਕੀਤੀ ਜਾ ਰਹੀ। ਇਸ ਕਰਕੇ ਸਾਈਬਰ ਸੈੱਲ ਦਾ IT ਸੈੱਲ ਦਾ ਜਿਹੜਾ ਵਿੰਗ ਹੈ ਉਹਦੇ ਵਿੱਚ ਹੁਣ ਕੰਮ ਕਰ ਰਿਹਾ ਹੈ ਔਰ ਜਲਦੀ ਤੁਸੀਂ ਦੇਖੋਗੇ ਕਿ ਕਾਰਵਾਈ ਜਿਹੜੀ ਹੈ ਵੱਡੇ ਲੈਵਲ ਦੀ ਜਿਹੜੀ ਕਾਰਵਾਈ ਹੈ ਉਹ ਹੋ ਸਕਦੀ ਹੈ, ਜਿਹੜੇ ਸਾਨੂੰ ਸੋਰਸਿਸ ਦੱਸ ਰਹੇ ਹਨ। ਕਿਉਂਕਿ DGP ਬੜਾ ਕਲੀਅਰ ਕਰ ਚੁੱਕੇ ਨੇ ਕਿ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਹੈ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਹੈ। ਪਹਿਲੀ ਗੱਲ, ਜਿਹੜਾ ਵੀ ਲਾਅ ਐਂਡ ਆਰਡਰ ਹੈ ਉਹਨੂੰ ਖਰਾਬ ਨਹੀਂ ਹੋਣ ਦਿੱਤਾ ਜਾਏਗਾ, ਉਹਨੂੰ ਬ੍ਰੇਕ ਨਹੀਂ ਹੋਣ ਦਿੱਤਾ ਜਾਏਗਾ। ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਮੇਨਟੇਨ ਕਰਨ ਦੀ ਜਿਹੜੀ ਬਾਰ-ਬਾਰ ਗੱਲ ਕੀਤੀ ਜਾਂਦੀ ਹੈ, ਪੰਜਾਬ 'ਚ ਪੀਸਫੁਲ ਜਿਹੜੇ ਹੈਗੇ ਉਹ ਕੀਤੀ ਜਾਏਗੀ। ਸ਼ਰਾਰਤੀ ਅਨਸਰ ਕਿਸੇ ਹੋਰ ਦੀ ਆੜ 'ਚ ਸ਼ਰਾਰਤੀ ਅਨਸਰ ਇਸ ਤਰ੍ਹਾਂ ਦੀ ਹਰਕਤ ਕਰਦੇ ਆ, ਇਸ ਤਰ੍ਹਾਂ ਦੀ ਹਾਰਮ ਜਿਹੜਾ ਹੈਗਾ ਪੁਲਿਸ ਅਫਸਰਾਂ ਨੂੰ ਜਾਂ ਫਿਰ ਲੋਕਾਂ ਨੂੰ ਡਰਾਉਣ ਧਮਕਾਉਂਦੇ ਆ, ਇਹਨੂੰ ਲੈ ਕੇ ਲਗਾਤਾਰ ਕਾਰਵਾਈ ਦੀ ਜਿਹੜੀ ਹੈ ਗੱਲ ਕੀਤੀ ਜਾ ਰਹੀ ਹੈ। ਇਸ ਕਰਕੇ ਇਹ ਪੂਰਾ ਜਿਹੜਾ ਮੈਟਰ ਹੈ ਉਹਨੂੰ ਹੁਣ ਵੀਡੀਓਗ੍ਰਾਫੀ ਜਿਹੜੀ ਕੀਤੀ ਗਈ ਸੀ ਉਸ ਵੇਲੇ ਔਰ ਉਸ ਤੋਂ ਇਲਾਵਾ ਹੋਰ ਵੀ ਮੀਡੀਆ ਜਿਹੜੀ ਹੈ ਪਬਲਿਕ ਤੋਂ ਵੀ ਹੋਰ ਵੀ ਕਈ ਲੋਕਾਂ ਤੋਂ ਇਹ ਜਿਹੜੀ ਵੀਡੀਓਜ਼ ਪਹੁੰਚ ਰਹੀ ਹੈ ਕਿ ਉਸ ਵੇਲੇ ਕਿਹੜੇ ਲੋਕ ਸੀਗੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਪੁਲਿਸ ਅਫਸਰਾਂ ਤੇ ਵਾਰ ਕੀਤਾ, ਪੁਲਿਸ ਸਟੇਸ਼ਨ ਨੂੰ ਕੈਪਚਰ ਕੀਤਾ, ਸੀਨੀਅਰ ਅਧਿਕਾਰੀਆਂ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਦੀ ਬੈਰੀਕੇਡਿੰਗ ਤੋੜ ਕੇ ਇਹ ਸਾਰੀ ਚੀਜ਼ਾਂ ਹੋਈ। ਕਿਉਂਕਿ ਤੁਸੀਂ ਥੋੜਾ ਜਿਹਾ ਬੈਕਗ੍ਰਾਉਂਡ ਤੇ ਜਾਓ, 8 ਫਰਵਰੀ ਨੂੰ ਜਿਹੜਾ ਚੰਡੀਗੜ੍ਹ ਮੋਹਾਲੀ ਬੈਰੀਅਰ ਤੇ ਵੀ ਇਸ ਤਰ੍ਹਾਂ ਦੀ ਚੀਜ਼ਾਂ ਵਾਪਰੀਆਂ ਸੀਗੀ, ਜਿਹੜੇ ਪੁਲਿਸ ਅਫਸਰਾਂ ਨੂੰ, ਪੁਲਿਸ ਮੁਲਾਜ਼ਮਾਂ ਨੂੰ ਜਿਸ ਤਰ੍ਹਾਂ ਤਲਵਾਰਾਂ ਡੰਡਿਆਂ ਨਾਲ ਕੁੱਟਮਾਰ ਹੋਈ ਸੀ, ਬੈਰੀਕੇਡਿੰਗ ਤੋੜ ਕੇ ਅੰਦਰ ਐਂਟਰੀ ਕੀਤੀ ਸੀਗੀ 144 ਧਾਰਾ ਦੇ ਹੁੰਦੇ ਹੋਏ ਵੀ। ਤਾਂ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਕਿਉਂਕਿ ਕੌਮੀ ਇਨਸਾਫ ਮੋਰਚਾ ਦੇ ਨਾਲ ਜਿਹੜਾ ਅਜਨਾਲਾ 'ਚ ਹੋਇਆ ਉਹਨੂੰ ਸਾਰਿਆਂ ਨੂੰ, ਕਿਉਂਕਿ ਚੰਡੀਗੜ੍ਹ ਤੇ ਪੰਜਾਬ ਪੁਲਿਸ ਦੀ ਜਿਹੜੀ ਕੋਆਰਡੀਨੇਸ਼ਨ ਮੀਟਿੰਗ ਹੋਈ ਹੈ, ਚੰਡੀਗੜ੍ਹ ਦੇ DGP ਦੀ ਨਾਲ ਪੰਜਾਬ DGP ਦੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਕਈ ਪੁਆਇੰਟ ਤੇ ਕੰਮ ਕੀਤਾ ਗਿਆ ਸੀਗਾ, ਕਈ ਪੁਆਇੰਟ ਤੇ ਜਿਹੜੀ ਸਹਿਮਤੀ ਵੀ ਬਣੀ ਸੀ, ਕਈ ਪੁਆਇੰਟ ਤੇ ਅੱਗੇ ਜਿਹੜੀ ਕਾਰਵਾਈ ਦੀ ਗੱਲ ਵੀ ਕੀਤੀ ਗਈ ਸੀ। ਇਸ ਕਰਕੇ ਮਾਮਲਾ ਵੀ ਦਰਜ ਹੋਇਆ ਸੀਗਾ। ਇਸ ਕਰਕੇ ਖਾਸ ਤੌਰ ਤੇ ਅਜਨਾਲਾ ਦੀ ਅਸੀਂ ਗੱਲ ਕਰ ਲਈ, ਅਜਨਾਲਾ ਜਿਹੜਾ ਹਿੰਸਾ ਹੋਈ ਹੈ, ਅਜਨਾਲਾ 'ਚ ਜਿਹੜਾ ਵੀ ਇਨਸੀਡੈਂਟ ਹੋਇਆ, ਜਿਹੜੀ ਵੀ ਹੁੜਦੰਗਬਾਜ਼ੀ ਹੋਈ ਹੈ, ਜਿਹੜਾ ਵੀ ਪੁਲਿਸ ਸਟੇਸ਼ਨ ਨੂੰ ਕੈਪਚਰ ਕੀਤਾ ਗਿਆ, ਉਹਨੂੰ ਲੈ ਕੇ ਹੁਣ ਪੰਜਾਬ ਪੁਲਿਸ ਕਾਫੀ ਸਖਤ ਦਿਖਾਈ ਦੇ ਰਹੀ। ਲਗਾਤਾਰ ਸੀਨੀਅਰ ਅਧਿਕਾਰੀ ਨਾਲ ਸਾਡੀ ਗੱਲਬਾਤ ਹੋ ਰਹੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਵੀ ਸ਼ਰਾਰਤੀ ਅਨਸਰ ਸੀਗੇ, ਜਿਹੜੇ ਹੈਗੇ ਉਹਨਾਂ ਤੇ ਕਾਰਵਾਈ ਹੋਏਗੀ, ਕੋਈ ਵੀ ਹੋਵੇ, XYZ ਹੋਵੇ, ਲਾਅ ਐਂਡ ਆਰਡਰ ਨੂੰ ਜਿਹੜਾ ਹੈਗਾ ਉਹ ਬ੍ਰੇਕ ਨਹੀਂ ਹੋਣ ਦਿੱਤਾ ਜਾਏਗਾ। ਬੜੇ ਹੀ ਕਲੀਅਰ ਸ਼ਬਦਾਂ 'ਚ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਲਾਅ ਐਂਡ ਆਰਡਰ ਨੂੰ ਕੰਟਰੋਲ ਦੇ ਵਿੱਚ ਰੱਖਿਆ ਜਾਏਗਾ, ਕੋਈ ਵੀ ਜੇ ਅਜਿਹੀ ਗਤੀਵਿਧੀ ਹੁੰਦੀ ਹੈ ਤਾਂ ਉਸ ਦੇ ਨਾਲ ਸਖਤੀ ਨਾਲ ਨਜਿੱਠਿਆ ਜਾਏਗਾ। ਫਿਲਹਾਲ ਦੇ ਲਈ ਸ਼ੁਕਰੀਆ ਮਨੋਜ, ਪੂਰੀ ਜਾਣਕਾਰੀ ਦੇ ਲਈ। ਤਾਂ ਕਾਰਵਾਈ ਦੀ ਗੱਲ ਪੰਜਾਬ ਪੁਲਿਸ ਵੀ ਕਹਿ ਰਹੀ ਹੈ। ਸਾਡੇ ਨਾਲ ਇਸ ਵੇਲੇ RP ਸਿੰਘ BJP ਨੇਤਾ ਫੋਨ ਲਾਈਨ ਤੇ ਜੁੜ ਚੁੱਕੇ ਨੇ। RP ਸਿੰਘ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਟਾਪ ਇੰਟੈਲੀਜੈਂਸ ਦੇ ਸੋਰਸਸ ਖੁਲਾਸਾ ਕਰ ਰਹੇ ਨੇ। ਨਿਊਜ਼ 18 ਤੇ ਜੋ ਅਸੀਂ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਕਿ ISI ਦਾ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਹੱਥ ਹੈ, ਇਹ ਟਾਪ ਇੰਟੈਲੀਜੈਂਸ ਸੂਤਰਾਂ ਤੋਂ ਖੁਲਾਸਾ ਹੋਇਆ ਤੇ ਇਹ ਵੀ ਖੁਲਾਸੇ ਹੋ ਰਹੇ ਨੇ ਕਿ ਸੋਸ਼ਲ ਮੀਡੀਆ ਤੇ ਦੂਸਰੇ ਦੇਸ਼ਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਜਾ ਰਹੇ ਨੇ, ਅੰਮ੍ਰਿਤਪਾਲ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ, ਫੰਡਿੰਗ ਅਸਿੱਧੇ ਰੂਪ ਦੇ ਵਿੱਚ ਇਕੱਠੀ ਕੀਤੀ ਜਾ ਰਹੀ ਹੈ, ਨੌਜਵਾਨਾਂ ਨੂੰ ਇੱਕ ਤਰੀਕੇ ਦੇ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਵਿਚਾਲੇ ਮੇਰੇ ਸਹਿਯੋਗੀ ਇਹ ਵੀ ਜਾਣਕਾਰੀ ਦੇ ਰਹੇ ਸੀ ਕਿ ਪੰਜਾਬ ਪੁਲਿਸ ਦਾ ਵੀ ਇਹੀ ਕਹਿਣਾ ਹੈ ਕਿ ਸਖਤੀ ਦੇ ਨਾਲ ਨਜਿੱਠਿਆ ਜਾਏਗਾ ਜੋ ਵੀ ਕੁਝ ਅਗਰ ਅਜਿਹੀ ਕੋਈ ਹਰਕਤ ਪੰਜਾਬ ਦੇ ਵਿੱਚ ਹੁੰਦੀ ਹੈ। ਸਭ ਨੂੰ ਕਿਵੇਂ ਦੇਖਦੇ ਹੋ? ਜੋ ਹਾਲੇ ਤੱਕ ਹੋਇਆ ਉਹ ਤਾਂ ਨਹੀਂ ਲੱਗਦਾ ਕਿ ਪੰਜਾਬ ਪੁਲਿਸ ਸਖਤੀ ਨਾਲ ਨਿਪਟੀ। ਪੰਜਾਬ ਪੁਲਿਸ ਪ੍ਰੈਸ਼ਰ ਚ ਹੈਗੀ ਹੈ ਸਰਕਾਰ ਦੇ, ਅਗਰ ਸਖਤੀ ਨਾਲ ਨਿਪਟੇ ਤਾਂ ਅੱਛੀ ਗੱਲ ਹੈ, ਕਿਉਂਕਿ ਜਿਹੜੇ ਸੋਸ਼ਲ ਮੀਡੀਆ ਹੈਂਡਲਸ ਜਿਹੜੇ ਇਹ ਪੂਰੇ ਸਿਸਟਮ ਨੂੰ ਜਾਂ ਪੂਰੇ ਆਈਡੀਓਲੋਜੀ ਨੂੰ ਪੁਸ਼ ਕਰ ਰਹੇ ਨੇ, ਉਹ ਅਗਰ ਆਪ ਜੀ ਵੀ ਆਪਣੇ ਸਿਸਟਮ ਤੋਂ ਚੈੱਕ ਕਰੋ ਤੇ 5-5 10-10 15-15 ਮਤਲਬ 50 ਤੋਂ ਥੱਲੇ ਫਾਲੋਅਰਸ ਵਾਲੇ ਸੋਸ਼ਲ ਮੀਡੀਆ ਹੈਂਡਲਸ ਇਸ ਆਬਜੈਕਟਿਵ ਨੂੰ ਪੁਸ਼ ਕਰ ਰਹੇ ਨੇ। ਐਕਸਪੈਕਟ ਕਰਦੇ ਆ ਕਿ ਪੰਜਾਬ ਸਰਕਾਰ ਜਿਹੜਾ ਪੂਰਾ ਆਬਜੈਕਟਿਵ ਹੈ ਜਿਹਦੇ 'ਚ ਇੱਕ ਸੈਪਰੇਟ ਨੇਸ਼ਨ ਦੀ ਇੱਕ ਅਲੱਗ ਦੇਸ਼ ਤੋਂ ਅਲੱਗ ਦੇਸ਼ ਦਾ ਟੁਕੜਾ ਕੱਢ ਕੇ ਇੱਕ ਅਲੱਗ ਦੇਸ਼ ਬਣਾਉਣ ਦੀ ਗੱਲ ਹੋ ਰਹੀ ਹੈ, ਉੱਥੇ ਸਖਤੀ ਨੂੰ ਨਿਪਟਣਗੇ। ਕਿਉਂਕਿ ਅੱਗੇ 80 ਦਾ ਦਹਾਕਾ ਔਰ 90 ਦਾ ਜਿਹੜਾ ਦਸ਼ਕ ਸੀ ਪੰਜਾਬ ਨੇ ਭੁਗਤਿਆ ਹੈ, ਉਸ ਸਿਰਫ ਇਸ ਕਰਕੇ ਭੁਗਤਿਆ ਕਿ ਸਰਕਾਰਾਂ ਕੰਪਰੋਮਾਈਜ਼ ਸਨ, ਸਰਕਾਰ ਆਪਣੀ ਰਾਜਨੀਤੀ ਕਰ ਰਹੀ ਸੀ ਉਸ ਵੇਲੇ ਦੀ, ਔਰ ਇਹੀ ਗੱਲ ਹੁਣ ਦਿਖਦੀ ਹੈ ਕਿ ਸਰਕਾਰ ਕਿਤੇ ਨਾ ਕਿਤੇ ਕੰਪਰੋਮਾਈਜ਼ ਹੈ। ਨਹੀਂ ਤੇ ਇੰਨੀ ਵੱਡੀ ਜਿਹੜੀ ਘਟਨਾ ਹੁਣੇ ਹੋਈ ਉਹਦੇ 'ਚ 6 ਪੁਲਿਸ ਦੇ ਜਵਾਨ ਫੱਟੜ ਵੀ ਹੋਏ, ਉਸ ਦੇ ਬਾਵਜੂਦ ਵੀ ਹਾਲੇ ਤੱਕ ਕੋਈ FIR ਨਹੀਂ ਦਰਜ ਹੋਈ। ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਕਾਰਵਾਈ ਨਹੀਂ ਕਰ ਰਹੀ। ਮੈਂ ਤਾਂ ਉਦਾਹਰਨ ਦੇ ਰਿਹਾ ਕਿ ਅਗਰ
ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦੇ ਇੱਕ ਐਸਪੀ ਨੂੰ 18 ਟਾਂਕੇ ਲੱਗੇ ਹੋਣ ਜਾਂ 15 ਟਾਂਕੇ ਲੱਗੇ ਹੋਣ ਔਰ ਬਾਕੀ 5 ਲੋਕੀ ਹੋਰ ਉਹਨਾਂ ਦੇ ਸਾਥੀ ਨੂੰ ਸੱਟਾਂ ਲੱਗੀਆਂ ਹੋਣ, ਉਹਦੇ ਬਾਵਜੂਦ ਵੀ ਕੋਈ ਅਗਰ ਫੋਲੋ ਅਪ ਨਾ ਹੋਵੇ, ਕੋਈ ਕੇਸ ਨਾ ਬਣੇ, ਤੇ ਵਿਖਦਾ ਹੈ ਕਿ ਕਿਤੇ ਨਾ ਕਿਤੇ ਸਰਕਾਰ ਤੇ ਪ੍ਰੈਸ਼ਰ ਹੈ ਜਾਂ ਪੁਲਿਸ ਤੇ ਪ੍ਰੈਸ਼ਰ ਹੈ ਸਰਕਾਰ ਦਾ ਕਿ ਅਸੀਂ ਐਕਸ਼ਨ ਨਹੀਂ ਲੈਣਾ। ਔਰ ਹੁਣੇ ਰੀਸੈਂਟਲੀ ਪੰਜਾਬ ਦੇ ਜਿਹੜੇ ਸਪੀਕਰ ਸਾਹਿਬ ਨੇ ਉਹ ਕੇਰਲਾ ਜਾਂਦੇ ਨੇ, ਉੱਥੇ ਖਾਲਸਾ ਦੀ ਗਲਵਕੜੀ ਕਰਦੇ ਨੇ, ਖਾਣਾ ਖਾਂਦੇ ਨੇ, ਉੱਥੇ ਉਹਨਾਂ ਕੋਲੋਂ ਸਵਾਗਤ ਕਰਾਉਂਦੇ ਨੇ। ਉਹ ਵਿਖਦਾ ਹੈ ਕਿ ਕੀ ਮਾਮਲਾ ਹੈ। ਨੀਚੇ ਇੱਕ ਨੋਨ ਖਾਲਿਸਤਾਨੀ ਕੋਲ ਜਾ ਕੇ ਉੱਥੇ ਜਾ ਕੇ ਸਵਾਗਤ ਕਰਾਉਣਾ, ਉਹਨਾਂ ਕੋਲੋਂ ਉਹਨਾਂ ਨਾਲ ਡਿਨਰ ਜਾਂ ਲੰਚ ਸ਼ੇਅਰ ਕਰਨਾ, ਤੇ ਦਿਖਦਾ ਹੈ ਕਿ ਪੰਜਾਬ ਸਰਕਾਰ ਦਾ ਕੀ ਰਵੱਈਆ ਹੈ। ਜੀ ਲੇਕਿਨ ਇਹ ਜੋ ਸਾਰਾ ਮਾਹੌਲ ਹੈ ਜਿਸ ਦਾ ਵਾਰ-ਵਾਰ ਜ਼ਿਕਰ ਕੀਤਾ ਜਾ ਰਿਹਾ, ਅਜਨਾਲਾ ਦੇ ਵਿੱਚ ਜੋ ਕੁਝ ਵਾਪਰਿਆ, ਹਾਲਾਂਕਿ ਅੰਮ੍ਰਿਤਪਾਲ ਸਿੰਘ ਇਹ ਕਹਿੰਦੇ ਨਜ਼ਰ ਆਏ ਨੇ ਕਿ ਉਹ ਸ਼ਾਂਤੀ ਦੇ ਨਾਲ ਧਰਮ ਪ੍ਰਚਾਰ ਦੇ ਵਿੱਚ ਲੱਗੇ ਹੋਏ ਸੀ, ਜੋ ਕਿ ਗਲਤ ਨਹੀਂ ਹੈ ਕਿਸੇ ਵੀ ਤਰੀਕੇ ਦੇ ਨਾਲ। ਦੂਸਰਾ ਖਾਲਿਸਤਾਨ ਦੀ ਕਿਸੇ ਵੀ ਤਰ੍ਹਾਂ ਮੰਗ ਕਰਨਾ ਗਲਤ ਨਹੀਂ ਹੈ, ਲੇਕਿਨ ਉਹ ਕਹਿ ਰਹੇ ਨੇ ਕਿ ਜੋ ਪਰਚਾ ਉਹਨਾਂ ਦੇ ਉੱਤੇ ਦਰਜ ਕੀਤਾ ਗਿਆ ਜਾਂ ਉਹਨਾਂ ਦੇ ਸਾਥੀਆਂ ਦੇ ਉੱਤੇ FIR ਦਰਜ ਕੀਤੀ ਗਈ, ਉਹ ਗਲਤ ਤਰੀਕੇ ਦੇ ਨਾਲ ਦਰਜ ਕੀਤੀ ਗਈ, ਜਿਸ ਦੇ ਕਰਕੇ ਸਾਰਾ ਕੁਝ ਵਾਪਰਿਆ ਹੈ। ਤਾਂ ਇਸ ਸਭ ਨੂੰ ਕਿਵੇਂ ਦੇਖਦੇ ਹੋ? ਉਹਦਾ ਤਰੀਕਾ ਕੋਰਟ ਹੈ। ਥਾਣਿਆਂ ਦੀ ਘੇਰਾਬੰਦੀ ਕਰਕੇ ਜ਼ਬਰਦਸਤੀ ਧੱਕੇ ਨਾਲ ਨਹੀਂ, ਉਹਦਾ ਤਰੀਕਾ ਹੈ ਕਿ ਉਹ ਕੋਰਟ ਜਾਂਦੇ, ਕੋਰਟ ਹੀ ਜਾ ਕੇ ਕਹਿੰਦੇ ਜੋ ਪ੍ਰੋਸੈਸ ਹੈ, ਜੋ ਇੱਕ ਕਨਸਟੀਟਿਊਸ਼ਨਲ ਪ੍ਰੋਸੈਸ ਹੈ ਕਿ ਅਗਰ ਮੇਰੇ ਨਾਲ ਕੋਈ ਧੱਕਾ ਹੋਇਆ, ਮੇਰੇ ਖਿਲਾਫ ਕੋਈ ਜ਼ਬਰਦਸਤੀ ਮੁਕੱਦਮਾ ਲਾਇਆ ਜਾਏ, ਤੇ ਮੇਰੇ ਕੋਲ ਤਰੀਕਾ ਹੈ ਕਿ ਮੈਂ ਕੋਰਟ ਜਾਵਾਂਗਾ, ਕੋਰਟ ਤੋਂ ਆਪਣੇ ਡਾਕੂਮੈਂਟ ਐਵੀਡੈਂਸ ਪੇਸ਼ ਕਰਾਂਗਾ ਔਰ ਕੋਰਟ ਤੋਂ ਆਰਡਰ ਲੈ ਕੇ ਆਵਾਂਗਾ, ਨਾ ਕਿ ਪੁਲਿਸ ਤੇ ਧੱਕਾ ਲਾ ਕੇ ਕਹਾਂਗਾ ਔਰ ਉੱਥੇ ਜਾ ਕੇ ਝਗੜਾ ਕਰਾਂਗਾ ਜੀ ਔਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਲੈ ਜਾਗਾ ਥਾਣੇ, ताकि पुलिस उस एक्शन एक्शन ना लै सके। ये कोई कानूनी तरीका नहीं। देश का कानूनी तरीका है कि मेरे खिलाफ कुछ अगर धक्का है तो मैं कोर्ट जाके उसके खिलाफ उस फैसले के खिलाफ जाके अपनी गल करा। जिस तक धर्म प्रचार की गल है और जिस तक नशा छुड़ाने की गल है वो करन, वो कोई भी सिंह करे, वो कोई भी पंथक ਜਿਹੜੇ ਆਗੂ ਦੇ ਕਰਨ ਜਾਂ ਹੋਰ ਵੀ ਕੋਈ ਜਥੇਬੰਦੀ ਕਰੇ, ਉਹਦਾ ਤੇ ਕਿਸੇ ਨੂੰ ਕੋਈ ਉੱਤੇ ਗੁਰੇਜ਼ ਨਹੀਂ, ਕਿਸੇ ਨੂੰ ਕੋਈ ਉੱਤੇ ਨਾਰਾਜ਼ਗੀ ਨਹੀਂ। ਅੱਛੀ ਗੱਲ ਹੈ, ਪਰੰਤੂ ਉਹਦੇ ਚਲਦੇ ਹੋਏ ਇਹ ਕਰਨਾ कि मतलब कोई अगर झगड़ा हो जाए, कोई आपसी कोई मनमुटाव हो जाए, किसी का द्वेष हो जाए, कुटकटापा हो जाए, कोई पुलिस एक्शन लवे, ਉੱਥੇ ਜਾ ਕੇ ਫਿਰ ਆਪਣੇ ਵੱਲੋਂ ਧੱਕਾ ਕਰਕੇ ਆਪਣੇ ਬੰਦੇ ਨੂੰ ਛੁਡਵਾਉਣਾ, ਇਹ ਠੀਕ ਨਹੀਂ। ਔਰ ਪੁਲਿਸ ਦਾ ਛੱਡਣਾ ਔਰ ਕੰਪਰੋਮਾਈਜ਼ ਹੋਣਾ, ਹਾਲੇ ਤੱਕ ਫਿਰ ਪੁਲਿਸ ਨੇ ਦੱਸੇ ਉਸ ਬੰਦੇ ਨਾਲ ਧੱਕਾ, ਉਸ ਬੰਦੇ ਨਾਲ ਬਦਤਮੀਜੀ ਜਾਂ ਉਸ ਬੰਦੇ ਨਾਲ ਜਿਹੜੀ ਮਾਰ ਕੁਟਾਈ ਹੈ ਉਹ ਕਿਹਨੇ ਕੀਤੀ ਸੀ, ਫਿਰ ਪੁਲਿਸ ਇਹਦਾ ਵੀ ਖੁਲਾਸਾ ਕਰੇ। जी आरपी सिंह जी, जो खुलासे हो रहे ने या इंटेलिजेंस सोर्सेस तो जो खुलासे हो रहे ने, जे सही इस पासे वाल जांच चल रही है कि पाकिस्तान दा हथ है या ISI दा हथ है, ताकि केंद्र दखल देवेगा? जब लोड़ पेगी तो देवेगा, पर हाले तक केंद्र ने सारी जानकारियां स्टेट गवर्नमेंट दी ने। और आज तो नहीं, मेरे को जो मतलब आखिरी में जो ऑन इन पब्लिक डोमेन जो चीज हैगी है, अक्टूबर के महीने च केंद्र ने ऑलरेडी जानकारी स्टेट को भेजी सी कि नजर रखी जाए और चेक किया जाए और इस गल की चिंता की जाए। पर वो अपने आप को टकराव की पोजीशन ले आके ये साबित करना कि मेरे चीज़ा मेरे कंट्रोल च ने, ये ठीक नहीं। और पंजाब पुलिस का कंप्रोमाइज करना, ते ये एक हिंदी का अंग्रेजी का मुहावरा है, स्टेट वर्सेस स्टेट जी। अगर स्टेट पे हावी हो जाएगी तो फिर स्टेट नाकामयाब हो जाएगी। और हाले तक ये साबित हो रहा है कि स्टेट नाकामयाब है। मैं फिर कहता जी, धर्म प्रचार करन, नशेबंदी छुड़वान, अमृत संचार करन, बहुत अच्छी गल, परंतु जितना का माहौल अजनाले होया वो ठीक नहीं। जी जी, शुक्रिया आरपी सिंह जी जुड़न दे लई। ਤਾਂ बीजेपी नेता आरपी सिंह फोन लाइन ਤੇ जुड़े ਸੀ। ਉਹਨਾਂ ਦਾ ਕਹਿਣਾ ਹੈ ਕਿ ਸਟਰੀਟ ਵਰਸਸ ਸਟੇਟ ਕਿਤੇ ਨਾ ਕਿਤੇ ਹੋ ਗਿਆ ਜਾਪਦਾ ਹੈ। ਜਿਸ ਤਰੀਕੇ ਦੇ ਨਾਲ ਅਜਨਾਲਾ ਦੇ ਵਿੱਚ ਚੀਜ਼ਾਂ ਵਾਪਰੀਆਂ ਨੇ ਤੇ ਸਟੇਟ ਨੂੰ ਇਸ ਤੇ ਕਾਬੂ ਕਰਨਾ ਪਏਗਾ। ਕੇਂਦਰ ਨੇ ਇਸ ਤੋਂ ਪਹਿਲਾਂ ਵੀ ਇਸ ਨੂੰ ਜਾਣਕਾਰੀ ਦਿੱਤੀ ਸੀ। ਜੇ ਸਥਿਤੀ ਕੰਟਰੋਲ ਤੋਂ ਬਾਹਰ ਹੁੰਦੀ ਹੈ ਤਾਂ ਫਿਰ ਕੇਂਦਰ ਇਸ ਮਾਮਲੇ ਦੇ ਵਿੱਚ ਦਖਲ ਦੇਵੇਗਾ। उधर 2 दिन पहला खुद सीएम भगवंत मान ने भी कहा सी कि अमृतपाल नूं बाहरों फंडिंग हो रही है ते इसे दे सहारे उसकी दुकान चल रही है।
1000 लोगों को क्या पंजाब मानती है? आप आके देखिए, खुद आके देखिए, कौन कौन वहाँ पे नारे लगा रहा है। ये कुछ लोग हैं बस, और वो उनको फंडिंग होती है विदेशों से, दुकानें चलती हैं, विदेशों से फंडिंग होती है, पाकिस्तान से फंडिंग होती है। तो ड्रोन जो है वो राजस्थान का हमसे 2.5 गुना बड़ा बॉर्डर है जो पाकिस्तान के साथ टच करता है। वहाँ क्यों नहीं ड्रोन आते, पंजाब में क्यों आते? क्योंकि उनके आका बैठे हैं कि पंजाब को डिस्टर्ब किया जाए। पंजाब नहीं डिस्टर्ब होगा, पंजाब में अमन भाईचारा कायम है और पंजाब की सरकार तरक्की की। आप 1000 लोगों को क्या पंजाब मानती है? आप आके देखिए, खुद आके देखिए, कौन कौन वहाँ पे नारे लगा रहा है। ये कुछ लोग हैं बस, और वो उनको फंडिंग होती है विदेशों से, दुकानें चलती हैं, विदेशों से फंडिंग होती है, पाकिस्तान से फंडिंग होती है। तो ड्रोन जो है वो राजस्थान का हमसे 2.5 गुना बड़ा बॉर्डर है जो पाकिस्तान के साथ टच करता है। वहाँ क्यों नहीं ड्रोन आते, पंजाब में क्यों आते? क्योंकि उनके आका बैठे हैं कि पंजाब को डिस्टर्ब किया जाए। पंजाब नहीं डिस्टर्ब होगा, पंजाब में अमन भाईचारा कायम है और पंजाब की सरकार तरक्की की ओर पंजाब को लेकर जा रही है। उधर दिल्ली के एक वकील विनीत जिंदल ने अमृतपाल सिंह के खिलाफ केंद्रीय गृह मंत्रालय ते एनआईए ਨੂੰ शिकायत ਦਿੱਤੀ है। अमृतपाल ते यूएपीए के तहत केस दर्ज करने की मांग की है ते वारिस पंजाब के जथेबंदी के खिलाफ भी कार्रवाई की मांग की गई है। लोगों को देश के खिलाफ भड़काउण का वकील के वलों इल्जाम लगाया गया है। दिल्ली के वकील के वलों शिकायत की गई है केंद्रीय गृह मंत्रालय नूं ते एनआईए नूं ते अमृतपाल ते यूएपीए के तहत केस दर्ज करने की मांग की गई है। तो अमृतपाल नूं अतवादी ऐलानण की मांग की गई है। यूएपीए के तहत केस दर्ज करने की मांग की गई है। इस दे नाल ही वारिस पंजाब के जथेबंदी जिसका अमृतपाल सिंह मुखी है उस जथेबंदी ते भी कार्रवाई की मांग की गई है। लोगों को देश के खिलाफ भड़काउण के इल्जाम लगाए गए ने। हम सभी लोग देख रहे हैं किस तरह से अमृतपाल सिंह और जिस ऑर्गेनाइजेशन को वो हेड कर रहे हैं तो वारिस पंजाब से किस तरह से पंजाब के लोगों को जो इंडियन स्टेट है, हिंदुस्तान के जो गवर्नमेंट है उसके खिलाफ, हिंदुस्तान के कॉन्स्टिट्यूशन को किस तरह से चैलेंज कर रहा है वो व्यक्ति। और भारत में बोलने की स्वतंत्रता है लेकिन वो स्वतंत्रता देश को अलग करने के लिए, देश को तोड़ने के लिए नहीं है। और ये व्यक्ति लगातार इस तरह की हरकतें कर रहा है। किस तरह से अजनारा के अंदर एक पुलिस स्टेशन के ऊपर अपने एक आदमी को छुड़ाने के लिए किस तरह से हमला करा उसने, किस तरीके से पूरा पालकी यात्रा लेकर वो वहां गया पुलिस के हमले से बचने के लिए। एक पूरा कॉन्स्पिरेसी है, आईएसआई तक का इन्वॉल्वमेंट इस आदमी के पीछे दिखाई दे रहा है। किस तरीके से न्यूज रिपोर्ट्स आ रही हैं, इन्वेस्टिगेशन एजेंसियां ये कह रही हैं कि ये व्यक्ति कहीं ना कहीं देश के खिलाफ बहुत बड़ी साजिश रच रहा है और लोगों को प्रोवोक कर रहा है बार बार। तो मैंने इसी सब चीजों को लेकर जितने इंसिडेंट अब तक हुए हैं, चाहे वो जब इसने विजिट किया टेंपल के अंदर और किस तरह से वह खालिस्तान जिंदाबाद के नारे लगाए गए, किस तरह से वो लोगों को खालिस्तान के लिए प्रेरित कर रहा है, भड़का रहा है देश के खिलाफ, उन्हीं सब चीजों को लेकर मैंने होम मिनिस्ट्री को और नेशनल एनआईए को एक लेटर लिखा है जिसमें मैंने यूएपीए एक्ट के तहत इस व्यक्ति को और इसकी ऑर्गेनाइजेशन को दोनों को आतंकवादी घोषित कर इन दोनों को बैन करने का और साथ साथ कड़ी कानूनी कार्रवाई करने के लिए आग्रह किया। रवनीत बिट्टू ने अमृतपाल सिंह ਨੂੰ ਠੋਕਵਾਂ ਜਵਾਬ ਦਿੱਤਾ ਹੈ ਤੇ ਕਿਹਾ ਹੈ ਕਿ ਬੱਚਿਆਂ ਨੂੰ ਸਮਝਾ ਸਕਦੇ ਆ ਪਰ ਉਹ ਸਮਝਣਾ ਨਹੀਂ ਚਾਹੁੰਦਾ ਹੈ। ਜਵਾਕ ਮੈਨੂੰ ਧਮਕੀਆਂ ਦੇ ਰਿਹਾ ਹੈ। ਰਵਨੀਤ ਬਿੱਟੂ ਨੇ ਬਿਆਨ ਦਿੱਤਾ ਹੈ ਤੇ ਕਿਹਾ ਹੈ ਕਿ ਜਿਨ੍ਹਾਂ ਦੀਆਂ ਇਹ ਰੀਸਾਂ ਕਰਦਾ ਹੈ ਕਿਸੇ ਨੇ ਉਹਨਾਂ ਦਾ ਭੋਗ ਵੀ ਨਹੀਂ ਪਾਇਆ। ਰਵਨੀਤ ਬਿੱਟੂ ਦਾ ਬਿਆਨ ਹੈ। ਐਮਪੀ ਰਵਨੀਤ ਬਿੱਟੂ ਨੇ अमृतपाल ते फिर तो बयान दिता है, कहा है कि बच्चों को समझाया जा सकता लेकिन वो समझना नहीं चाहता। कहा कि जिन्हां दी रीसां करता है उन्हां दा किसी ने भोग भी नहीं पाया। जे अमृतपाल च दम है तो वो खुद दिलावर बने। बेअंत सिंह वेले तो अमृतपाल जम्मिया भी नहीं सी। रवनीत बिट्टू ने वड्डा बयान दिता है। अमृतपाल सिंह नूं लैके एक बार फिर तो रवनीत बिट्टू भड़क उठे ने ते उन्होंने ये बयान दिता है ते कहा है कि बच्चों को समझाया जा सकता लेकिन अमृतपाल समझना नहीं चाहता, धमकियां दे रहा है। Z+ सिक्योरिटी च
ਵਿਚਰਨ ਵਾਲੇ ਬੰਦੇ ਦਿਲਾਵਰ ਸਿੰਘ ਨਾ ਉਹਨਾਂ ਦੇ ਲਾਗੋਂ ਦੀ ਕੋਈ ਐਨ ਬੱਚਾ ਕਹਿ ਕੇ ਦੌੜ ਜੇ ਨਾ ਦਿਲਾਵਰ ਸਿੰਘ ਤੇ ਇਹਨਾਂ ਨੂੰ 8-10 ਦਿਨ ਨੀਂਦ ਨਹੀਂ ਆਉਂਦੀ ਹੈ। ਇਹਨਾਂ ਨੂੰ ਕਹੋ ਵੀ ਨਾ ਇਹੋ ਜਿਹੇ ਕੰਮ ਕਰਿਆ ਕਰੋ, ਵਿੱਚ ਜਾਜ ਬਾਅਦ ਫਿਰ ਕੌਮ ਕੋਲੋਂ ਬੇਇੱਜ਼ਤੀ ਕਰਵਾਉਣੀ, ਕੁੱਤੇ ਖਾਣੀ ਕਰਵਾਉਣੀ ਤੇ ਫਿਰ ਵਿਕਟਮ ਬਣਨਾ, ਵਿਕਟਮ ਕਾਰਡ ਪਲੇ ਕਰਨਾ। ਕਿਸੇ ਨੇ ਵੈਸੇ ਫੋਨ ਕਰ ਦੇਣਾ ਬਾਹਰੋਂ ਤੇ 2-4 ਮਾੜੀਆਂ ਗੱਲਾਂ ਕਰਤੀਆਂ, ਫਿਰ ਇਹਨਾਂ ਡੀਜੀਪੀ ਨੂੰ ਚਿੱਠੀ ਲਿਖਣ ਤੁਰ ਪੈਣਾ ਵੀ ਸਾਨੂੰ ਤੇ ਜੀ ਦੇਖੋ ਧਮਕੀ ਆ ਰਹੀਆਂ, ਸਾਡੀ ਸਿਕਿਉਰਿਟੀ Z+ ਤੋਂ ਵੀ ਪਲੱਸ ਕਰਤੀ ਜਾਵੇ। ਸੋ ਜਿਹੜਾ ਬੰਦਾ ਬਾਥਰੂਮ ਜਾਣ ਲੱਗਿਆ ਵੀ ਸਿਕਿਉਰਿਟੀ ਲੈ ਕੇ ਜਾਂਦਾ ਹੋਵੇ ਉਹਨੂੰ ਇਹ ਗੱਲ ਕਹਿਣ ਦਾ ਹੱਕ ਨਹੀਂ ਹੁੰਦਾ ਵੀ ਫਲਾਣਾ ਡਰ ਗਿਆ, ਫਲਾਣਾ ਵੀ ਡਰ ਗਿਆ। ਅਸੀਂ ਤਾਂ ਤੁਰੇ ਫਿਰਦੇ ਹਾਂ ਡਰਨ ਵਾਲੇ ਬੰਦੇ ਹੋਣ ਤੇ ਜੇ ਉਹ ਕਹਿੰਦਾ ਵੀ ਸਰਕਾਰ ਨੂੰ ਕਹਿ ਰਿਹਾ ਵੀ ਮੈਨੂੰ ਮਾਫ ਕਰ ਦਿਓ ਜਾਂ ਮੈਂ ਮਾਫੀ ਮੰਗੀ ਹੋਵੇ ਫਿਰ ਤਾਂ ਗੱਲ ਹੈ ਕੋਈ ਹੈ। ਉਹ ਮਤਲਬ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਦਸ਼ਾ ਕੀ ਹੈ ਵੀ ਰਵਨੀਤ ਬਿੱਟੂ ਕਿਸੇ ਪਿੰਡ 'ਚ ਖੜ ਕੇ ਕਹਿ ਦੇਵੇ ਵੀ ਮੈਂ ਬੇਅੰਤ ਸਿੰਘ ਦਾ ਪੁੱਤਰ ਹਾਂ ਤੇ ਲੋਕ ਗਾੜੀਆਂ ਫੁੱਲਾਂ ਦੇ ਹਾਰ ਜਿਹੜੇ ਪਾਉਂਦੇ ਉਹ ਸਾਨੂੰ ਪਤਾ ਹੀ ਹੈ ਤੇ ਇੱਥੇ ਜਿਹੜੇ ਸ਼ਹੀਦਾਂ ਦੇ ਪੁੱਤਰ ਆ ਉਹ ਤਾਂ ਖੜ ਕੇ ਕਹਿੰਦੇ ਜਿਨ੍ਹਾਂ ਨੂੰ 24 ਘੰਟੇ ਨਿੰਦਦਾ ਕੋਈ ਕਹਿ ਦੇਵੇ ਵੀ ਮੈਂ ਜਰਨੈਲ ਸਿੰਘ ਦਾ ਪੁੱਤਰ ਹਾਂ ਤੇ ਲੋਕ ਸਿਰ ਤੇ ਚੁੱਕ ਲੈਂਦੇ, ਹੱਥਾਂ ਤੇ ਚੁੱਕ ਪਲਕਾਂ ਤੇ ਬਿਠਾਉਂਦੇ ਨੇ। ਸੋ ਇਹ ਇੱਥੋਂ ਹੀ ਸਾਬਤ ਹੋ ਜਾਂਦਾ ਇਹਨਾਂ ਨੂੰ ਕਹੋ ਵੀ ਜਿਹੜੇ ਰਾਹ ਤੇ ਤੁਰੇ ਨੇ ਨਾ ਜਿੱਦਣ ਕਿਤੇ ਚੜ੍ਹਾਈ ਕਰ ਗਏ ਇਹਨਾਂ ਦੇ ਕਿਤੇ ਭੋਗ ਤੇ ਕੀਰਤਨੀਆਂ ਨਹੀਂ ਲੱਭਦੇ ਹੁੰਦੇ ਤੇ ਆਪਾਂ ਨੂੰ ਪਤਾ ਹੀ ਹੈ ਨਾ KPS ਗਿੱਲ ਵਾਰੀ ਕੀ ਹੋਇਆ ਸੀ, ਜਿਹੜੇ ਕੀਰਤਨੀਆਂ ਦੇ ਭੋਗ ਤੇ ਜਾ ਆਏ ਸੀ ਤੇ ਉਹਨਾਂ ਨੂੰ ਬਾਅਦ ਪੰਥ ਤੋਂ ਛੇਕਿਆ ਗਿਆ ਸੀ। ਸੋ ਇਹਨਾਂ ਨੂੰ ਕਹੋ ਵੀ ਤੁਸੀਂ ਜਿਹੜੇ ਰਾਹ ਤੇ ਤੁਰ ਪਏ ਜੇ ਤੁਹਾਡੇ ਦਾਦਿਆਂ ਨੇ ਗਲਤੀਆਂ ਗੁਨਾਹ ਕੀਤੇ ਆ ਜ਼ਰੂਰੀ ਥੋੜੀ ਵੀ ਉਹੋ ਹੀ ਖੇ ਖਰਾਬੀ ਆਪਾਂ ਕਰਨੀ। ਜਿਹੜਾ ਇਹ ਬੱਚਾ ਗੱਲ ਕਰਦਾ ਨਾ ਕਿ ਜਵਾਕ ਜਿਹੜਾ ਗੱਲ ਕਰ ਰਿਹਾ ਮੈਨੂੰ ਧਮਕੀ ਦੇ ਰਿਹਾ ਵੀ ਜੇ ਕੱਲ ਨੂੰ ਦਿਲਾਵਰ ਬਣ ਕੇ ਕਿਸੇ ਨੇ ਬੰਬ ਨਾ ਉਡਾਤਾ ਤਾਂ ਰਵਨੀਤ ਬਿੱਟੂ ਨੂੰ ਕੀਰਤੀਆਂ ਨਹੀਂ ਲੱਭਣੇ, ਕੀਰਤਨ ਕਰਨ ਵਾਲੇ ਨਹੀਂ ਲੱਭਣੇ। ਇੱਕ ਗੱਲ ਸੁਣ ਲੈ ਬੱਚੇ ਜਵਾਕਾ, ਮੇਰੇ ਤਾਂ ਚੱਲ ਕੋਈ ਗੱਲ ਨਹੀਂ, ਮੇਰੇ ਤਾਂ ਕੋਈ ਗੱਲ ਨਹੀਂ, ਕੀਰਤਨੀਏ ਨਹੀਂ ਹੋਣਗੇ ਕੋਈ ਕਥਾ ਕਰ ਜੂਗਾ, ਪਰ ਜਵਾਕਾ ਜਿਨ੍ਹਾਂ ਦੀ ਤੂੰ ਰੀਸਾਂ ਕਰਦਾ ਨਾ, ਜਿਨ੍ਹਾਂ ਨੇ ਤੂੰ ਰੀਸਾਂ ਕਰਦਾ, ਜਿਨ੍ਹਾਂ ਦੀ ਤੂੰ ਗੱਲਾਂ ਕਰਦਾ, ਕਿਸੇ ਨੂੰ ਪੁੱਛ ਲਈ, ਕਿਸੇ ਨੂੰ ਪੁੱਛ ਲਈ ਕਿਸੇ ਨੇ ਭੋਗ ਨਹੀਂ ਪਾਇਆ ਅੱਜ ਤੱਕ ਉਹਨਾਂ ਦਾ। ਕੀਰਤਨ ਕਰਨਾ ਤਾਂ ਬੜੀ ਦੂਰ ਦੀ ਗੱਲ ਆ, ਅੱਜ ਤੱਕ ਇਹ ਨਹੀਂ ਪਤਾ ਲੱਗਿਆ ਇਹਨਾਂ ਦੇ ਸੰਸਕਾਰ ਕਿੱਥੇ ਹੋਏ ਆ, ਇਹਨਾਂ ਦੇ ਕਿਸੇ ਨੇ ਭੋਗ ਪਾਇਆ ਇਹ ਪੁੱਛੀ ਕਿਸੇ ਨੂੰ। ਕੀਰਤਨ ਤਾਂ ਬਹੁਤ ਦੂਰ ਦੀ ਗੱਲ ਆ, ਜਿਨ੍ਹਾਂ ਦੇ ਪਿੱਛੇ ਤੂੰ ਗੱਲਾਂ ਕਰਦਾ ਉਹਨਾਂ ਦਾ ਬੜਾ ਪਿਛੋਕੜ ਦੇਖ ਲਈ, ਕਿਸੇ ਨੇ ਭੋਗ ਨਹੀਂ ਪਾਇਆ ਕਿਸੇ 'ਚ, ਕਿਸੇ ਪਿੰਡ, ਕਿਸੇ ਕੀਰਤਨ ਤਾਂ ਦੂਰ ਦੀ ਗੱਲ ਆ, ਕਿਸੇ ਨੇ ਸੰਸਕਾਰ ਨਹੀਂ ਕੀਤਾ, ਪਤਾ ਨਹੀਂ ਕਿੱਥੇ ਸੰਸਕਾਰ ਹੋਏ ਵੀ ਇਹਨਾਂ ਦਾ ਪਤਾ ਨਹੀਂ ਕਿਸੇ। ਹੱਥ ਜੋੜ ਕੇ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ, ਦੇਖੋ ਇਸੇ ਤਰੀਕੇ ਨਾਲ ਉਦੋਂ ਪਾਕਿਸਤਾਨ 'ਚ ਆ ਐਡੀ ਮੋਟੀ ਫਾਈਲ ਪਈ ਹੈ ਮੇਰੇ ਕੋਲ, ਆ ਫਾਈਲ ਪਈ, ਇਹਦੇ ਵਿੱਚ ਐਂ ਵਧਾਵਾ ਸਿੰਘ ਬੱਬਰ, ਮਹਿਲ ਸਿੰਘ ਬੱਬਰ ਜਿਹੜੇ ਆਪਾਂ ਨੂੰ ਕਹਾਉਂਦੇ ਸੀ ਪਾਕਿਸਤਾਨ 'ਚ, ਉਹਨਾਂ ਨੇ ਐਂ ਗੁੰਮਰਾਹ ਕਰਕੇ ਦਿਲਾਵਰ ਵਰਗੇ ਜਿਹੜੇ ਨੌਜਵਾਨ ਸੀ ਉਹ ਹਿਊਮਨ ਬੰਬ ਬਣਾਤੇ, ਆਪ ਨਹੀਂ ਬਣੇ। ਇਹਨੇ ਵੀ ਥਾਣੇ 'ਚ ਕੜੇ, ਮੈਂ ਗੱਲ ਸੁਣੀ ਹੈ, ਜਵਾਕ ਕਹਿੰਦਾ ਮੈਨੂੰ ਸੰਬੋਧਨ ਕਰਕੇ ਕਹਿੰਦਾ ਇਸ ਇਕੱਠ 'ਚ ਪਤਾ ਨਹੀਂ ਕਿੰਨੇ ਕੁ ਦਿਲਾਵਰ ਬਣ ਗਏ। ਇੱਥੋਂ ਪਤਾ ਲੱਗਦਾ, ਇਹ ਕਾਇਰ ਦਾ ਇੱਥੋਂ ਪਤਾ ਲੱਗਦਾ ਵੀ ਦਿਲਾਵਰ ਦੇ ਬਣਾਉਣ ਨੂੰ ਲੋਕ, ਤੂੰ ਬਣਤਾ ਦਿਲਾਵਰ ਜੇ ਤੇਰੇ 'ਚ ਜਵਾਨ ਆ, ਤੂੰ ਲੋਕਾਂ ਨੂੰ ਇਹ ਕਹਿ ਕੇ ਨੌਜਵਾਨਾਂ ਨੂੰ ਕਿਸੇ ਦੇ ਪੁੱਤ ਨੂੰ ਮਰਾਉਣਾ ਚਾਹੁੰਦਾ, ਤੂੰ ਉਹਨਾਂ ਨੂੰ ਗੁੰਮਰਾਹ ਕਰ ਰਿਹਾ ਵੀ ਕਿੰਨੇ ਦਿਲਾਵਰ ਬਣ ਗਏ। ਇਸ ਕਰਕੇ ਜੇ ਹਿੰਮਤ ਆ ਦਿਲਾਵਰ ਆਪ ਬਣ, ਕਿਸੇ ਨੂੰ ਨਾ ਬਣਾ, ਉਹ ਕਾਇਰ ਆਪ ਬਣ। ਤੂੰ ਬੰਦਾ ਉਹ ਹੁੰਦਾ ਜਿਹੜਾ ਲੜਦਾ ਹੋਵੇ, ਜਿਹੜਾ ਲੋਕੇ ਕਿਤੇ ਬੰਬ ਬੰਨ ਕੇ ਲੁੱਕੇ ਆ ਜੇ, ਬਹਿਰੂਪੀਆ ਬਣ ਕੇ, ਵਰਦੀ ਪਾ ਕੇ, ਚੋਰ ਬਣ ਕੇ, ਉਹਨੂੰ ਤੂੰ ਦਲੇਰ ਕਹਿਣਾ। ਇਸ ਨੂੰ ਤੁਸੀਂ ਕਹਿਣਾ ਚਾਹੁੰਦੇ ਇਸ ਦੇ ਜ਼ਰੀਏ ਕਿ ਤੁਸੀਂ ਭਾਰਤੀ ਨਹੀਂ ਹੋ? ਦੇਖੋ ਆਇਡੈਂਟੀਟੀ ਇੱਕ ਹੋਰ ਚੀਜ਼ ਹੁੰਦੀ, ਟਰੈਵਲ ਡਾਕੂਮੈਂਟ ਹੋਰ ਚੀਜ਼ ਹੈ। ਕਈ ਲੋਕ ਇਹ ਤਰਕ ਦਿੰਦੇ ਨੇ ਵੀ ਉਹਨਾਂ ਕਹਿੰਦੇ ਤੁਹਾਡੇ ਕੋਲ ਪਾਸਪੋਰਟ ਕਿਹੜਾ ਹੈ। ਮਹਾਤਮਾ ਗਾਂਧੀ ਦੇ ਕੋਲ ਬ੍ਰਿਟਿਸ਼ ਇੰਡੀਆ ਦਾ ਪਾਸਪੋਰਟ ਸੀ, ਇਹਦਾ ਮਤਲਬ ਉਹ ਬ੍ਰਿਟਿਸ਼ ਇੰਡੀਅਨ ਸੀ। ਇੱਦਾਂ ਹੀ ਉਹ ਤੋਂ ਪਹਿਲਾਂ ਜਿੰਨੇ ਸਿੱਖ ਕਰਤਾਰ ਸਿੰਘ ਸਾਹਿਬ ਵੀ ਨਹੀਂ ਬਾਹਰ ਗਏ ਆ, ਉਹ ਟਰੈਵਲ ਡਾਕੂਮੈਂਟ ਜਿਹੜਾ ਉਹਨਾਂ ਕੋਲ ਸੀ ਪਾਸਪੋਰਟ, ਉਹ ਬ੍ਰਿਟਿਸ਼ ਇੰਡੀਆ ਦਾ ਹੁੰਦਾ ਸੀ। ਸੋ ਜਿੰਨਾ ਚਿਰ ਆਪਣਾ ਰਾਜ ਭਾਗ ਨਹੀਂ ਉਹਨਾਂ ਚਿਰ ਟਰੈਵਲ ਡਾਕੂਮੈਂਟ ਤੇ ਜਿਹੜੀ ਆਕੂਪਾਈਡ ਜਿਹਨੇ ਕੀਤਾ ਉਹਦੇ ਦੀ ਵਰਤੇ ਜਾਣਗੇ। ਸੋ ਮੇਰੀ ਆਇਡੈਂਟੀਟੀ, ਮੈਂ ਐਥਨੀਸਿਟੀ ਦੇ ਤੌਰ ਤੇ ਜੇ ਮੈਨੂੰ ਪੁੱਛੋ ਤੇ ਪੰਜਾਬੀ ਹਾਂ ਤੇ ਧਰਮ ਮੇਰਾ ਸਿੱਖੀ ਹੈ। ਸੋ ਮੈਨੂੰ ਕੋਈ ਹੋਰ ਆਇਡੈਂਟੀਟੀ ਦੀ ਲੋੜ ਹੀ ਨਹੀਂ ਕਮਾਉਣ ਦੀ। ਯਾਨੀ ਕਿ ਭਾਰਤ ਜਾਂ ਹਿੰਦੁਸਤਾਨ ਜਾਂ ਇੰਡੀਆ ਦੇ ਤੁਸੀਂ ਬਸ਼ਿੰਦੇ ਨਹੀਂ? ਇਹ ਬਸ਼ਿੰਦੇ ਹੋਣ ਦੀ ਗੱਲ ਵੱਖਰੀ ਹੈ। ਮਤਲਬ ਤੁਸੀਂ ਮੈਨੂੰ ਦੱਸੋ ਕਿ ਗੁਜਰਾਤੀ ਬੰਦਾ ਜੇ ਕਹੇ ਮੈਂ ਗੁਜਰਾਤੀ ਹਾਂ, ਮੈਂ ਹਿੰਦੁਸਤਾਨੀ ਨਹੀਂ ਜਾਂ ਮੈਂ ਇੰਡੀਅਨ ਨਹੀਂ, ਤੇ ਫਿਰ ਉਹਦੇ 'ਚ ਗੁਨਾਹ ਵਾਲੀ ਗੱਲ ਕਿਹੜੀ ਹੈ? ਮਰਾਠੀ ਬੰਦਾ ਵੀ ਕਹਿ ਸਕਦਾ, ਤਾਮਿਲ ਬੰਦਾ ਵੀ ਕਹਿ ਸਕਦਾ। ਮਤਲਬ ਤੁਸੀਂ ਪੰਜਾਬੀ ਹੋ ਪਰ ਹਿੰਦੁਸਤਾਨੀ ਨਹੀਂ? ਪੰਜਾਬੀ ਹਾਂ, ਹਿੰਦੁਸਤਾਨੀ ਨਹੀਂ। ਪੰਜਾਬੀ ਤਾਂ ਜਿੱਦਾਂ ਪਾਕਿਸਤਾਨ 'ਚ ਬੈਠਾ ਪੰਜਾਬੀ ਕਹਿ ਸਕਦਾ ਆਪਣੇ ਨੂੰ। ਜਿਹੜੀਆਂ ਇਹ ਆਇਡੈਂਟੀਟੀਜ਼ ਨੇ ਨਾ ਹਿੰਦੁਸਤਾਨੀ ਪਾਕਿਸਤਾਨੀ, ਇਹਦਾ ਕੀ ਹੈ? ਨਾ ਤਾਂ ਹਿੰਦੁਸਤਾਨੀ ਕੋਈ ਕਲਚਰ ਹੈ, ਨਾ ਕੋਈ ਬੋਲੀ ਹੈ, ਨਾ ਕੋਈ ਪਹਿਰਾਵਾ ਹੈ। ਸੋ ਪੰਜਾਬੀ ਤੇ ਇੱਕ ਐਥਨੀਸਿਟੀ ਹੈ, ਬੋਲੀ ਹੈ, ਕਲਚਰ ਹੈ, ਪਹਿਰਾਵਾ ਹੈ। ਸੋ ਪੰਜਾਬੀ ਹੋਣਾ ਮਾਣ ਵਾਲੀ ਗੱਲ ਹੈ ਸਾਡੇ ਵਾਸਤੇ। ਭਗਵੰਤ ਮਾਨ ਸਾਹਿਬ, ਮੈਂ
ਤੁਹਾਨੂੰ ਇਹ ਕਹਿਣਾ ਚਾਹੁੰਦਾ, ਅੱਗੇ ਸੈਸ਼ਨ ਆ ਰਹੇ, ਤੁਸੀਂ ਰੋਜ਼ ਸਵੇਰੇ ਟੀਵੀ ਲਾ ਲਈਦਾ ਹੈ, 11 ਵਜੇ 4 ਬੰਦੇ ਕਤਲ ਹੋ ਜਾਂਦੇ ਆ, ਉਦੋਂ ਬਾਅਦ ਸਾਰਾ ਦਿਨ ਚੈਨਲਾਂ ਤੇ ਚੱਲੀ ਜਾਂਦਾ ਹੈ, ਸਾਰਾ ਦਿਨ ਲੋਕ ਵਿਰਲਾਪ ਕਰਦੇ ਦਿਖਾਈ ਜਾਂਦੇ ਆ। ਤਾਂ ਹੁਣ ਫੇਰ ਮੈਂ ਦੇਖ ਰਿਹਾ ਸਾਡਾ ਐਕਸ ਚੇਅਰਮੈਨ ਮਾਰਕ ਕਮੇਟੀ ਦਾ ਮਾਰ ਦਿੱਤਾ ਗਿਆ, ਅੰਮ੍ਰਿਤਸਰ ਦੇ ਵਿੱਚ ਇੱਕ ਨੌਜਵਾਨ ਮਾਰ ਦਿੱਤਾ ਗਿਆ, ਕਿਵੇਂ ਉਂਗਲੀਆਂ ਵੱਢੀਆਂ ਜਾ ਰਹੀਆਂ। ਇਹ ਸਾਰਾ ਲਾਅ ਐਂਡ ਆਰਡਰ ਦੀ ਸਥਿਤੀ ਵਿਗੜੀ ਕਿਉਂ ਆ, ਕਿਉਂ ਨਿਕਲੀ ਆ ਹੱਥੋਂ? ਕਿਉਂਕਿ ਜਦੋਂ ਅੰਮ੍ਰਿਤਪਾਲ ਵਰਗਾ ਇੱਕ ਜਾਂਦਾ ਤੇ ਤੁਸੀਂ ਪਰਚਾ ਵਾਪਸ ਕਰ ਲੈਂਦੇ ਹੋ, ਤੇ ਇਹ ਹਰ ਬੰਦਾ ਕਾਨੂੰਨ ਆਪਣੇ ਹੱਥ ਲਊ। ਭਗਵੰਤ ਮਾਨ ਸਾਹਿਬ, ਮੈਂ ਤੁਹਾਨੂੰ ਪਹਿਲੀ ਵਾਰ ਇਹ ਗੱਲ ਕਹਿਣਾ, ਮੈਂ ਆਪ ਤੁਹਾਡੇ ਘਰ ਦੇ ਮੂਹਰੇ ਬਹਿ ਕੇ ਧਰਨੇ ਲਾਉਂਗਾ, ਆਪ ਤੁਹਾਡੇ ਮੂਹਰੇ ਘਰ ਦੇ ਬੈਠੂੰਗਾ, ਜੇ ਤੁਸੀਂ ਜਲਦੀ ਤੋਂ ਜਲਦੀ ਇਹ ਜਿਹੜਾ ਬਹਿਰੂਪੀਆ ਕਹਿੰਦਾ ਨਾ, ਇਹ ਸਾਡਾ ਮਾਣ ਆ, ਸਾਡਾ ਪਾਸਪੋਰਟ, ਸਾਡੇ ਕੋਲ ਦੇਸ਼ ਦਾ। ਇਹ ਕਹਿੰਦਾ ਮੈਂ ਮੇਰਾ ਟਰੈਵਲ ਏਜੰਟ ਆ। ਇਹਨੂੰ ਪੁੱਛਿਓ ਤਾਂ ਜਦੋਂ ਦੁਬਈ ਤੋਂ ਆਇਆ ਸੀ ਬਹਿਰੂਪੀਏ ਬਾਹਰੋਂ, ਉਦੋਂ ਕਿੱਥੇ ਦਾ ਵੀਜ਼ਾ ਲੈ ਕੇ ਆਇਆ, ਕੀ ਲਿਖਿਆ ਇੰਡੀਆ 'ਚ ਤੇਰੇ, ਕੀ ਲਿਖਿਆ ਤੇਰੇ ਪਾਸਪੋਰਟ 'ਚ? ਜਦੋਂ ਜਿਹੜਾ ਬੰਦਾ ਕਹਿੰਦਾ ਮੈਂ ਹਿੰਦੁਸਤਾਨੀ ਨਹੀਂ, ਇੰਡੀਅਨ ਨਹੀਂ, ਪੰਜਾਬੀ ਨਹੀਂ, ਉਹਦਾ ਪਾਸਪੋਰਟ ਜ਼ਬਤ ਕਰਕੇ ਉਹਨੂੰ ਭਜਾਓ ਰਹੇ ਹੋ। ਕੀ ਗੱਲ ਜ਼ਰੂਰਤ ਨਹੀਂ ਕਿ ਤੁਹਾਡੀ ਸਰਕਾਰ 'ਚ ਮੈਂਡੇਟ ਦਿੱਤਾ ਤੁਹਾਨੂੰ ਲੋਕਾਂ ਨੇ? ਰੋਜ਼ ਲੋਕਾਂ ਨੂੰ ਇਹੋ ਜਿਹੇ ਗੁੰਡੇ ਮਾਰ ਰਹੇ ਆ, ਰੋਜ਼ ਧਮਕਾ ਰਹੇ ਆ, ਸਿਰਫ ਇਹਦੇ ਕਰਕੇ। ਅੱਜ ਇੱਕ ਟਕੇ ਦਾ ਬਦਮਾਸ਼ ਜਿਹੜਾ ਆਪਣੇ ਆਪ ਨੂੰ ਗਲੀ ਦਾ ਗੁੰਡਾ ਏ, ਉਹ ਵੀ ਬੰਦੂਕਾਂ ਚੱਕ ਕੇ ਰੋਜ਼ ਮਾਰ ਰਿਹਾ ਹੈ। ਹਰ ਸ਼ਹਿਰ ਦੇ ਵਿੱਚ ਮਾਵਾਂ ਰੋਂਦੀਆਂ ਤੜਫ ਰਹੀਆਂ ਏ। ਲੜਾਈ ਦੇਖੋ ਆਪਣੀ ਹੋਂਦ ਬਚਾਉਣ ਦੀ ਹੈ, ਲੜਾਈ ਆਪਣੇ ਰਾਜ ਭਾਗ ਨੂੰ ਪ੍ਰਾਪਤ ਕਰਨ ਦੀ ਹੈ, ਲੜਾਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ, ਨਸ਼ਿਆਂ ਦੇ ਕੋੜ ਚੋਂ ਕੱਢ ਕੇ ਉਹਨਾਂ ਨੂੰ ਅੰਮ੍ਰਿਤਧਾਰੀ ਬਣਾਉਣਾ। ਅੰਮ੍ਰਿਤ ਸੰਚਾਰ ਦੀ ਮੁਹਿੰਮ ਅਸੀਂ ਪੂਰੀ ਵਹੀਰ ਕਵਰ ਕੀਤੀ ਹੈ, ਅੰਮ੍ਰਿਤ ਸੰਚਾਰ ਦੀ ਮੁਹਿੰਮ ਹੀ ਚਲਾਈ ਹੈ ਨਾ। ਹੁਣ ਲੋਕ ਬਿਨਾਂ ਗੱਲ ਤੋਂ ਵਿਰੋਧ ਕਰੀ ਜਾਣਗੇ ਤਾਂ ਕੀ ਕਰੀਏ ਉਹਨਾਂ ਦਾ? ਉਹਨਾਂ ਨੂੰ ਇਹ ਦੁੱਖ ਹੈ ਵੀ ਨੌਜਵਾਨ ਜਿਹੜੇ ਚਿੱਟੇ ਚੋਂ ਨਿਕਲ ਕੇ ਕਿਤੇ ਸਿੱਧੇ ਰਾਹ ਨਾਲ ਤੁਰ ਪੈਣ। ਸਰਕਾਰਾਂ ਨੂੰ ਡਰ ਹੁੰਦਾ ਵੀ ਨੌਜਵਾਨੀ ਜਾਗ ਨਾ ਜਾਵੇ, ਸੋ ਨੌਜਵਾਨੀ ਕਿੰਨਾ ਚਿਰ ਸੁੱਤੀ ਰਹੂਗੀ। ਤੈਨੂੰ ਆਪਣੇ ਕਹਿਣਾ ਵੀ ਬਿੱਟੂ ਕਿਸੇ ਪਿੰਡ ਨਹੀਂ, ਤੇਰੇ ਪਿੰਡ ਮੈਂ ਦੱਸ ਦਿੰਦਾ, ਜਿਹੜੇ ਪਿੰਡ 'ਚ ਤੂੰ ਰਹਿਣਾ, ਅੱਜ ਵੀ ਉਹ ਅੱਧ ਤੋਂ ਵੱਧ ਪਿੰਡ ਆ ਜਿਹੜਾ ਉਹ ਕਾਂਗਰਸੀ ਹੈ। ਇਹ ਮੈਂ ਚੈਲੰਜ ਕਰਕੇ ਕਹਿ ਦਿੰਦਾ। ਤੇ ਮੈਂ ਤਾਂ ਰੋਜ਼ ਪਿੰਡਾਂ 'ਚ ਜਾਂਦਾ, ਮੈਂ ਤਾਂ ਰੋਜ਼ ਲੋਕਾਂ ਦੇ ਵਿੱਚ ਰਹਿਣਾ। ਭਾਈ ਸਾਹਿਬ, ਅਸੀਂ ਕੋਈ ਗੁੰਡੇ ਥੋੜੀ ਰੱਖੇ ਹੋਏ ਆਲੇ ਦੁਆਲੇ, ਅਸੀਂ ਕੋਈ ਬਦਮਾਸ਼ ਥੋੜੀ ਰੱਖੇ ਹੋਏ ਆਲੇ ਦੁਆਲੇ, ਬਹਿਰੂਪੀਏ ਜਿਹੜੇ ਨਸ਼ੇ ਛਡਾਉਣ ਤੇ ਨਸ਼ੇੜੀ ਸਾਰੇ ਰੱਖੇ ਹੋਏ ਆ ਨਾਲ। ਉਹ ਵਿਚਾਰਿਆਂ ਨੂੰ ਕੀ ਆ, ਉਹ ਨਸ਼ੇ 'ਚ ਧੁੱਤ ਕਰ ਲੈਂਦੇ ਆ ਸਵੇਰੇ ਹੀ ਵੀ ਆ ਜਾਓ ਨਸ਼ਾ ਛਡਾਉਣਾ, ਉੱਥੇ ਹੋਰ ਉਹਨਾਂ ਨੂੰ ਨਸ਼ਾ ਦੇ ਕੇ ਉਹਨਾਂ ਨੂੰ ਨਾਲ ਚਾੜੀ ਫਿਰਦੇ ਹੋ, ਹੋਰ ਤੁਹਾਡੇ ਨਾਲ ਕੌਣ ਆ? ਉਧਰ ਇਸ ਸਭ ਦੇ ਵਿਚਾਲੇ ਕਾਂਗਰਸ ਦੇ ਵੱਲੋਂ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੀ ਮੰਗ ਚੁੱਕੀ ਗਈ ਹੈ। ਸੜਕਾਂ ਤੇ ਉਤਰਨ ਤੱਕ ਦੀ ਚੇਤਾਵਨੀ ਕਾਂਗਰਸ ਦੇ ਵੱਲੋਂ ਦਿੱਤੀ ਗਈ ਹੈ। ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਰਕਾਰ ਨੂੰ ਪੁੱਛਿਆ ਹੈ ਕਿ ਅੰਮ੍ਰਿਤਪਾਲ ਤੇ ਕਾਰਵਾਈ ਕਦੋਂ ਕੀਤੀ ਜਾਵੇਗੀ। ਸੂਬੇ ਦੀ ਸ਼ਾਂਤੀ ਨੂੰ ਅਸੀਂ ਬਰਬਾਦ ਨਹੀਂ ਹੋਣ ਦੇਵਾਂਗੇ, ਰਾਜਾ ਵੜਿੰਗ ਦਾ ਬਿਆਨ ਹੈ। ਸੜਕਾਂ ਤੇ ਉਤਰਨ ਦੀ ਚੇਤਾਵਨੀ ਦਿੱਤੀ ਹੈ। ਜੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਕਾਂਗਰਸ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਜਾਵੇਗੀ, ਇਹ ਰਾਜਾ ਵੜਿੰਗ ਦਾ ਕਹਿਣਾ ਹੈ। ਉਧਰ ਰਵਨੀਤ ਬਿੱਟੂ ਨੇ ਵੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਜੇ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਸੀਐਮ ਰਿਹਾਇਸ਼ ਤੇ ਮੋਰਚਾ ਖੋਲਾਂਗੇ, ਸੀਐਮ ਰਿਹਾਇਸ਼ ਦੇ ਬਾਹਰ ਧਰਨਾ ਦੇਵਾਂਗਾ। ਇਹ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਹੈ। ਜੇ ਗ੍ਰਿਫਤਾਰੀ ਨਾ ਹੋਈ ਤਾਂ ਸੀਐਮ ਰਿਹਾਇਸ਼ ਤੇ ਧਰਨਾ ਦੇਵਾਂਗਾ। ਕਿਹਾ ਕਿ ਜਿਹੜਾ ਖੁਦ ਨੂੰ ਇੰਡੀਅਨ ਨਹੀਂ ਮੰਨਦਾ ਉਸ ਨੂੰ ਇੱਥੋਂ ਭਜਾਓ, ਤੁਹਾਡੇ ਹੱਥ ਤਾਕਤ ਹੈ, ਕੁਝ ਤਾਂ ਐਕਸ਼ਨ ਲਓ। ਗੁੰਡੇ ਥਾਣਿਆਂ ਦੇ ਅੰਦਰ ਵੜ ਕੇ ਕਬਜ਼ੇ ਕਰ ਰਹੇ ਨੇ, ਕੁਝ ਤਾਂ ਐਕਸ਼ਨ ਲਓ। ਰਵਨੀਤ ਬਿੱਟੂ ਨੇ ਇੱਕ ਪਾਸੇ ਚੇਤਾਵਨੀ ਦਿੱਤੀ ਹੈ ਕਿ ਜੇ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਸੀਐਮ ਰਿਹਾਇਸ਼ ਦੇ ਬਾਹਰ ਧਰਨਾ ਦੇਵਾਂਗਾ। ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਆਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨਹੀਂ ਹੁੰਦੀ, ਜੇ ਐਕਸ਼ਨ ਨਹੀਂ ਹੁੰਦਾ ਤਾਂ ਕਾਂਗਰਸ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਜਾਏਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕੀਤਾ ਹੈ, ਲਿਖਿਆ ਹੈ ਕਿ ਸੀਐਮ ਭਗਵੰਤ ਮਾਨ ਸਾਹਿਬ ਅੰਮ੍ਰਿਤਪਾਲ ਖਿਲਾਫ ਕਦੋਂ ਕਾਰਵਾਈ ਕਰੋਗੇ? ਤੁਸੀਂ ਕਿਸ ਗੱਲ ਤੋਂ ਡਰਦੇ ਹੋ? ਜੇਕਰ ਤੁਸੀਂ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ ਤਾਂ ਕਾਂਗਰਸ ਸੜਕਾਂ ਤੇ ਆਉਣ ਲਈ ਮਜਬੂਰ ਹੋਏਗੀ। ਅਸੀਂ ਪੰਜਾਬ ਦੀ ਸ਼ਾਂਤੀ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ। ਰਾਜਾ ਵੜਿੰਗ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਤੇ ਕਿਹਾ ਹੈ ਕਿ ਕਾਂਗਰਸ ਸੜਕਾਂ ਤੇ ਆਉਣ ਦੇ ਲਈ ਮਜਬੂਰ ਹੋ ਜਾਏਗੀ ਜੇ ਅੰਮ੍ਰਿਤਪਾਲ ਤੇ ਕੋਈ ਕਾਰਵਾਈ ਨਹੀਂ ਹੁੰਦੀ। ਦੂਸਰੇ ਪਾਸੇ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਹੈ ਕਿ ਜੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਉਹ ਸੀਐਮ ਰਿਹਾਇਸ਼ ਤੇ ਧਰਨਾ ਦੇਣਗੇ।